गुरु हरगोबिंद सिंह जी के नाम से चलता है स्कूल। इस प्रिंसीपल नूं किते 10 गुरुओं के नाम भी पुछ के वेख लियो, जे उन्होंने चेते होणगे वो दस सकूगा। तक्कड़ प्रिंसीपल नूं चलदा करो, चलदा करो, चलदा करो। तक्कड़ प्रिंसीपल नूं चलदा करो, चलदा करो, चलदा करो। अगर कोई ऐसा उन्होंने पर होया तो देयर इज़ अ लेबर कोर्ट इज़ देयर, बाकी कोर्ट है, उन्होंने उस कानूनी तरीके नाल करना चाहिए। ਖਾਸ ਕਰਕੇ ਜਿਹੜੀਆਂ ਸੰਸਥਾਵਾਂ ਗੁਰੂਆਂ ਪੀਰਾਂ ਦੇ ਨਾਂ ਤੇ ਚੱਲ ਰਹੀਆਂ, ਉਹਨਾਂ ਸੰਸਥਾਵਾਂ ਦੇ ਵਿੱਚੋਂ ਇਸ ਕਿਸਮ ਦਾ ਵਰਤਾਰਾ ਵਾਪਰਦਾ ਹੈ ਤਾਂ ਇਹ ਪੰਜਾਬ ਦੇ ਲੋਕਾਂ ਲਈ, ਖਾਸ ਕਰਕੇ ਇਸ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਸਵਾਲ ਹੈ। नहीं, कोई कंप्लेंट नहीं, कोई वार्निंग लेटर नहीं है, कोई कुछ नहीं है। कि जे सिद्धवां खुर्द दा नां एक प्रिंसीपल करके बदनाम हुंदा है, जे इस एडी वड्डी इंस्टीट्यूशन नूं प्रिंसीपल करके दाग लगदा है तां इह तुहाडे सोचण दा मुद्दा है। ते गुंडे ने इस बदमाश नेता की हमाकत किवें कीती है? इहदे ते कोई केस क्यों नहीं दर्ज? इहदे ते कोई क्यों नहीं बोलता? ਜਿਹਨੇ ਸਾਡੇ ਨਾਲ ਪੰਗਾ ਲਿਆ ਸੀ ਰਹਿਣ ਨਹੀਂ ਦਿੱਤਾ ਉਹਨੂੰ ਕਦੇ ਵੀ ਇੱਥੇ, ਇਹਨੇ ਵੀ ਚਲਿਆ ਜਾਣਾ ਵਾ। ਧੱਕੇਸ਼ਾਹੀ ਚੱਕ ਦੇਾਂਗੇ, ਕੌਣ ਤੇ ਗੋਡਾ ਰੱਖ ਦੇਾਂਗੇ। ਧੱਕੇਸ਼ਾਹੀ ਚੱਕ ਦੇਾਂਗੇ, ਕੌਣ ਤੇ ਗੋਡਾ ਰੱਖ ਦੇਾਂਗੇ। कि लॉकडाउन के विच कोई भी संस्था का मुखी, कोई भी इंप्लॉयर अपने इंप्लॉय नूं नौकरी तो नहीं कर सकता। धारा 144 का उल्लंघन करके जो भी किया उन्होंने पर कानूनी कार्रवाई अज भी होने वाली है। वाहिगुरु जी का खालसा, वाहिगुरु जी की फतेह। पंथ की रहेगी तो ग्रंथ की रहेगी नात, पंथ ही ना रहा तो ग्रंथ कौन मानेगा। भी जे ਅਸੀਂ ਆਪਣੇ ਗ੍ਰੰਥ ਬਚਾਉਣੇ ਨੇ ਤੇ ਸਾਨੂੰ ਸਭ ਤੋਂ ਪਹਿਲਾਂ ਪੰਥ ਬਚਾਉਣਾ ਪਏਗਾ। ਸਾਨੂੰ ਉਹ ਲੋਕ ਬਚਾਉਣੇ ਪੈਣਗੇ ਜਿਹੜੇ ਗੁਰਸਿੱਖੀ ਨੂੰ ਪਿਆਰ ਕਰਦੇ ਨੇ। ਜਿਸ ਤਰ੍ਹਾਂ ਕਿ ਸਾਡੀਆਂ ਸਿੱਖ ਸੰਸਥਾਵਾਂ ਦੇ ਵਿੱਚ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ, ਦਿੱਲੀ ਕਮੇਟੀ ਹੋ ਗਈ, ਹੋਰ ਅਜਿਹੀਆਂ ਸੰਸਥਾਵਾਂ ਜਿਵੇਂ ਚੀਫ ਖਾਲਸਾ ਦੀਵਾਨ ਹੋ ਗਈ, ਕਾਫੀ ਨਿਗਾਰ ਆ ਰਿਹਾ ਹੈ। ਇਸੇ ਤਰ੍ਹਾਂ ਦਾ ਨਿਗਾਰ ਇੱਕ ਦੇਖਣ ਨੂੰ ਮਿਲ ਰਿਹਾ ਹੈ ਸਿੱਧਵਾਂ ਖੁਰਦ ਵਿਖੇ, ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਸਿੱਧਵਾਂ ਖੁਰਦ, ਜਿੱਥੇ 100 ਸਾਲ ਤੋਂ ਵਧੇਰੇ ਇੱਕ ਸੰਸਥਾ ਜਿਹੜੀ ਹੈ ਉਹ ਇੱਕ ਚਲਾਈ ਜਾ ਰਹੀ ਸੀ, ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ। ਸੋ ਇਹ ਸੰਸਥਾ ਮਾਤਾ ਹਰਪ੍ਰਕਾਸ਼ ਕੌਰ ਜੀ ਨੇ ਸ਼ੁਰੂ ਕੀਤੀ ਸੀ ਆਪਣੇ ਕੋਲੋਂ ਜ਼ਮੀਨ ਦੇ ਕੇ। ਇਹਦੇ ਅਧੀਨ, ਇਸ ਟਰੱਸਟ ਦੇ ਅਧੀਨ 5 ਸੰਸਥਾਵਾਂ ਚੱਲ ਰਹੀਆਂ ਨੇ, ਜਿਨ੍ਹਾਂ ਦੇ ਵਿੱਚੋਂ ਖਾਲਸਾ ਕਾਲਜ ਫਾਰ ਵੂਮਨ ਵੀ ਚੱਲ ਰਿਹਾ ਹੈ, ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੀ ਚੱਲ ਰਿਹਾ, GHG ਇੰਸਟੀਚਿਊਟ ਆਫ ਲਾ ਇਹ ਵੀ ਇਸੇ ਟਰੱਸਟ ਦੇ ਅਧੀਨ ਚੱਲ ਰਿਹਾ, ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਇਹ ਵੀ ਇਹਦੇ ਅਧੀਨ ਹੀ ਚੱਲ ਰਿਹਾ, ਤੇ GHG ਹਰਪ੍ਰਕਾਸ਼ ਕਾਲਜ ਫਾਰ ਐਜੂਕੇਸ਼ਨ ਇਹ ਵੀ ਇਸੇ ਟਰੱਸਟ ਦੇ ਅਧੀਨ ਚੱਲ ਰਿਹਾ। ਜਦੋਂ ਇਹ ਟਰੱਸਟ ਬਣਿਆ ਸੀ, ਇਸ ਟਰੱਸਟ ਦੇ ਜਿਹੜਾ ਸੰਵਿਧਾਨ ਲਿਖਿਆ ਗਿਆ ਸੀ ਉਸ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਜੋ ਇਸ ਦੇ ਪ੍ਰਧਾਨ ਸਾਹਿਬਾਨ ਹੋਣਗੇ ਉਹ ਅੰਮ੍ਰਿਤਧਾਰੀ ਹੋਣਗੇ, ਗੁਰਮਤਿ ਦੇ ਧਾਰਨੀ ਹੋਣਗੇ। ਤੇ ਇਹ ਸੰਸਥਾ ਜਦੋਂ ਤੱਕ ਮਾਤਾ ਜੀ ਰਹੇ ਤੇ ਉਸ ਤੋਂ ਬਾਅਦ ਵੀ ਬਹੁਤ ਸਾਰੇ ਪ੍ਰਿੰਸੀਪਲ ਰਹੇ ਤੇ ਜਿਹੜੇ ਟਰੱਸਟੀ ਮੈਂਬਰ ਨੇ ਕਾਫੀ ਬੁੱਧੀਜੀਵੀ ਵੀ ਰਹੇ। ਪਰ ਪਿਛਲੇ 2 ਦਹਾਕਿਆਂ ਤੋਂ ਇਸ ਸੰਸਥਾ ਵਿੱਚ ਵੀ ਨਿਗਾਰ ਬੁਰੀ ਤਰ੍ਹਾਂ ਆ ਰਿਹਾ ਹੈ। ਔਰ ਹੁਣ ਜੋ ਇਸ ਦੇ ਮੌਜੂਦਾ ਪ੍ਰਧਾਨ ਨੇ ਉਹ DGP ਨੇ, ਜਿਨ੍ਹਾਂ ਦੇ ਉੱਤੇ ਕਾਫੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਨੇ ਤੇ ਉਹਨਾਂ ਦਾ ਅੰਮ੍ਰਿਤ ਵੀ ਨਹੀਂ ਛਕਿਆ ਹੋਇਆ, ਜੋ ਕਿ ਇਸ ਟਰੱਸਟ ਦੇ ਸੰਵਿਧਾਨ ਵਿੱਚ ਲਿਖਿਆ, ਜਾਣੀ ਕਿ ਗੁਰਮਤਿ ਨਾਲ ਉਹਨਾਂ ਦਾ ਦੂਰ ਦੂਰ ਦਾ ਵਾਸਤਾ ਨਹੀਂ। ਬਹੁਤ ਸਾਰੇ ਪਿੰਡ ਵਾਸੀ ਵੀ ਇਸ ਦਾ ਵਿਰੋਧ ਕਰ ਰਹੇ ਨੇ, ਕੁਝ ਹਜੇ ਚੁੱਪ ਵੀ ਨੇ। ਪਿੰਡਾਂ ਵਿੱਚੋਂ ਵੀ ਜਿਹੜੇ ਮੈਂਬਰ ਲਏ ਜਾਂਦੇ ਨੇ ਉਹਨਾਂ ਦਾ ਵੀ ਹਲੇ ਰੋਲ ਘਚੋਲਾ ਚੱਲ ਰਿਹਾ ਹੈ। ਪਰ ਪਿਛਲੇ ਤਕਰੀਬਨ 5 ਸਾਲਾਂ ਤੋਂ ਇਹ ਸੰਸਥਾ ਵਿੱਚੋਂ ਆਪਣੀਆਂ ਮਨਮਰਜ਼ੀਆਂ ਇੰਨੀਆਂ ਵੀ ਵੱਧ ਗਈਆਂ ਵੀ ਉਹ ਕਿਤੇ ਨਾ ਗਾਹੇ ਵਗਾਹੇ ਆਪਣੀ ਮਰਜ਼ੀ ਦੇ ਟੀਚਰ ਰੱਖ ਰਹੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਰੱਖ ਰਹੇ ਨੇ, ਜਾਣ ਪਛਾਣ ਨੂੰ ਰੱਖਦੇ ਰਹੇ ਨੇ ਤੇ ਦੂਸਰਿਆਂ ਨੂੰ ਉਹ ਬਾਹਰ ਦਾ ਰਾਸਤਾ ਵਿਖਾ ਰਹੇ ਨੇ। ਇਸ ਤਰ੍ਹਾਂ ਪਿਛਲੇ ਦਿਨੀ ਇੱਕ ਟੀਚਰ ਨੂੰ ਕੱਢ ਦਿੱਤਾ ਗਿਆ ਤੇ ਉਸ ਟੀਚਰ ਨੇ ਫਿਰ ਜੋ ਅੱਜ ਪ੍ਰਦਰਸ਼ਨ ਕੀਤਾ ਸਿੱਧਵਾਂ ਖੁਰਦ ਦੇ ਵਿੱਚ, ਮਜ਼ਦੂਰ ਜਥੇਬੰਦੀਆਂ ਨੇ, ਕਾਮਰੇਡ ਜਥੇਬੰਦੀਆਂ ਨੇ ਤੇ ਪਿੰਡ ਵਿੱਚ ਇੱਕ ਮਾਰਚ ਵੀ ਕੀਤਾ। ਔਰ ਇਸ ਦੇ ਨਾਲ ਬਦਨਾਮੀ ਸਾਰੀ ਸਿੱਖ ਜਗਤ ਦੀ ਹੋਈ, ਕਿਉਂਕਿ ਇਹ ਸੰਸਥਾ ਸਿੱਖਾਂ ਦੀ ਇੱਕ ਸੰਸਥਾ ਸੀ ਔਰ 100 ਸਾਲ ਤੋਂ ਵਧੇਰੇ ਇਸ ਨੂੰ ਚੱਲਦੀ ਨੂੰ ਹੋ ਗਿਆ ਹੈ। ਤੇ ਜੋ ਕੁਝ ਉੱਤੇ ਵਾਪਰਿਆ, ਆਓ ਸੁਣਦੇ ਹਾਂ ਕਿ ਪ੍ਰਿੰਸੀਪਲ ਸਾਹਿਬਾਨ ਕੀ ਕਹਿੰਦੇ ਨੇ ਤੇ ਜਿਨ੍ਹਾਂ ਨੇ ਇਹ ਧਰਨਾ ਲਾਇਆ ਉਹ ਕੀ ਕਹਿੰਦੇ ਨੇ ਤੇ ਅੱਜ ਸਿੱਧਵਾਂ ਖੁਰਦ ਦੇ ਵਿੱਚ ਕੀ ਕੁਝ ਵਾਪਰਿਆ।
ਸਾਡੇ ਰਿਪੋਰਟਰ ਵਿਕਾਸ ਮਠਾੜੂ ਦੀ ਪੇਸ਼ ਹੈ ਇਹ ਵਿਸ਼ੇਸ਼ ਰਿਪੋਰਟ। ਸਾਡੀ ਇੱਕ ਬੱਚੀ ਜੋ ਅਰਥ ਸ਼ਾਸਤਰ ਪੜ੍ਹਾਉਂਦੀ ਸੀ, ਬਹੁਤ ਮਿਹਨਤ ਨਾਲ ਔਰ ਇਮਾਨਦਾਰੀ ਨਾਲ ਉਹ ਬੱਚਿਆਂ ਨੂੰ ਸਿੱਖਿਅਤ ਕਰ ਰਹੀ ਸੀ। ਉਸ ਨੂੰ ਮੈਨੇਜਮੈਂਟ ਦੇ ਪ੍ਰਧਾਨ ਦੇ ਇਸ਼ਾਰੇ ਤੇ ਪ੍ਰਿੰਸੀਪਲ ਵੱਲੋਂ, ਹਾਲਾਂਕਿ ਕੋਵਿਡ ਨਿਯਮ ਇਹ ਕਹਿੰਦੇ ਹੈ ਕਿ ਕਰੋਨਾ ਦੇ ਇਸ ਦੌਰ ਦੇ ਦੌਰਾਨ ਕੋਈ ਵੀ EMPLOYER ਹੈ ਜਿਹੜਾ ਉਹ ਕਿਸੇ ਵੀ EMPLOYEE ਨੂੰ ਨੌਕਰੀ ਤੋਂ ਨਹੀਂ ਕੱਢ ਸਕਦਾ, ਪਰ ਇਹ ਜਿਹੜਾ ਧੱਕਾ ਕੀਤਾ ਹੈ ਕਿ 5 ਸਾਲ ਤੋਂ ਤਜਰਬੇਕਾਰ ਪੜ੍ਹਾਈ ਕਰਵਾ ਰਹੀ ਟੀਚਰ ਨੂੰ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਗਿਆ। ਅੱਜ ਅਸੀਂ ਸਿੱਧਵਾਂ ਖੁਰਦ ਮੇਨ ਚੌਂਕ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ, ਪੂਰੇ ਪਿੰਡ ਦੇ ਵਿੱਚ ਮਾਰਚ ਕਰਕੇ, ਸਕੂਲ ਦੇ ਅੱਗੇ ਪ੍ਰੋਟੈਸਟ ਧਰਨਾ ਦੇ ਕੇ ਅਸੀਂ ਇਹ ਮੰਗ ਕਰਨ ਆਏ ਹਾਂ ਕਿ ਬਰਖਾਸਤ ਟੀਚਰ ਹੈ ਜਿਹੜੀ ਅਰਥ ਸ਼ਾਸਤਰ ਪੜ੍ਹਾਉਂਦੀ, ਉਹਨੂੰ ਫੌਰੀ ਤੌਰ ਤੇ ਬਹਾਲ ਕੀਤਾ ਜਾਵੇ ਔਰ ਜਿਹੜਾ ਪ੍ਰਿੰਸੀਪਲ ਹੈ ਜਿਹਨੇ ਧੱਕਾ ਕੀਤਾ ਹੈ ਉਹਨੂੰ ਇਸ ਸਕੂਲ ਦੇ ਵਿੱਚੋਂ ਨਿਸ਼ਕਾਸਿਤ ਕੀਤਾ ਜਾਵੇ। ਅਸੀਂ ਇਹ ਮੰਗ ਪੂਰੀ ਹੋਣ ਤੱਕ ਇਹ ਲੜਾਈ ਲੜਾਂਗੇ। ਅਸੀਂ ਪਹਿਲਾਂ 1 ਹਫ਼ਤੇ ਦਾ ਨੋਟਿਸ ਦਿੱਤਾ ਸੀ ਜੋ 31 ਤਰੀਕ ਨੂੰ ਖਤਮ ਹੋ ਗਿਆ। ਅਸੀਂ ਫਿਰ ਵੀ 2 ਦਿਨ ਵਧਾ ਕੇ ਅੱਜ ਆਪਣਾ ਪ੍ਰੋਟੈਸਟ ਕੀਤਾ ਹੈ। ਅਸੀਂ ਆਪਣਾ ਇਹ ਸੰਘਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਜਿਹੜੀ ਬਰਖਾਸਤ ਅਧਿਆਪਕ ਹੈ ਉਹ ਨੌਕਰੀ ਤੇ ਬਹਾਲ ਨਹੀਂ ਕੀਤੀ ਜਾਂਦੀ। ਔਰ ਅਸੀਂ ਸਮਝਦੇ ਹਾਂ ਕਿ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੇ ਅੰਦਰ ਅਧਿਆਪਕਾਂ ਦਾ ਜਿੰਨਾ ਸ਼ੋਸ਼ਣ ਹੁੰਦਾ ਹੈ, ਮਾਪਿਆਂ ਦਾ ਜਿੰਨਾ ਸ਼ੋਸ਼ਣ ਹੁੰਦਾ ਹੈ, ਅਸੀਂ ਇਹਨੂੰ ਮੁੱਦਾ ਬਣਾਵਾਂਗੇ। ਔਰ ਇਸ ਮੁੱਦੇ ਲਈ ਅਸੀਂ ਪ੍ਰਸ਼ਾਸਨ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰਿਆਂ ਨਾਲ ਗੱਲਬਾਤ ਕੀਤੀ ਹੈ, ਸਾਰਿਆਂ ਕੋਲ ਆਪਣੀਆਂ ਮੰਗ ਪੱਤਰ ਭੇਜੇ ਨੇ। ਅਸੀਂ ਆਪਣੀ ਦਲੀਲ ਦਿੱਤੀ ਹੈ, ਮੈਨੇਜਮੈਂਟ ਕੋਲ ਵੀ ਦਲੀਲ ਦਿੱਤੀ ਹੈ, ਪਿੰਡ ਦੇ ਸਰਪੰਚ ਕੋਲ ਵੀ ਦਲੀਲ ਦਿੱਤੀ ਹੈ, ਪਰ ਸਾਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ। ਅਸੀਂ ਨਿਆਂ ਦੇ ਲਈ ਲੜਾਈ ਨੂੰ ਜਾਰੀ ਰੱਖਾਂਗੇ। ਪਿੰਡ ਦੇ ਕਿਸੇ ਹੋਰ ਮੋਹਤਰ ਬੰਦੇ ਨਾਲ ਸੰਪਰਕ ਕੀਤਾ, ਕੋਈ ਤੁਹਾਨੂੰ ਵਧੀਆ ਰਿਸਪੌਂਸ ਮਿਲਿਆ? ਅਸੀਂ ਲਗਭਗ ਸਾਰੇ ਪੰਚਾਇਤ ਮੈਂਬਰਾਂ ਨਾਲ ਔਰ ਸਰਪੰਚ ਸਾਹਿਬ ਨਾਲ ਸਾਰਿਆਂ ਨਾਲ ਸੰਪਰਕ ਕੀਤਾ। ਸਰਪੰਚ ਸਾਹਿਬ ਪਿੰਡ ਦੇ 2 ਪਤਵੰਤਿਆਂ ਨੂੰ ਲੈ ਕੇ ਪ੍ਰਿੰਸੀਪਲ ਨੂੰ ਉਹਨਾਂ ਦੇ ਘਰੇ ਵੀ ਜਾ ਕੇ ਔਰ ਪ੍ਰਿੰਸੀਪਲ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਕੱਲ੍ਹ ਜਨਤਕ ਜਥੇਬੰਦੀਆਂ ਦੇ 1-2 ਨੁਮਾਇੰਦਿਆਂ ਨੂੰ ਸੱਦ ਕੇ ਤੁਹਾਡੇ ਨਾਲ ਇਸ ਗੱਲ ਨੂੰ ਨਿਬੇੜਨ ਦੀ ਹੈ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਪਰ ਅਗਲੇ ਦਿਨ ਸਵੇਰੇ ਉਹਨੇ ਫਿਰ ਆਪਣੇ ਇੱਕ ਸਹਾਇਕ ਰਾਹੀਂ ਸੁਨੇਹਾ ਭੇਜਤਾ ਕਿ ਅਸੀਂ ਕੋਈ ਗੱਲ ਨਹੀਂ ਕਰਨੀ। ਇਹਦਾ ਮਤਲਬ ਹੈ ਕਿ ਉਹ ਪੂਰੀ ਤਾਨਾਸ਼ਾਹੀ ਨਾਲ, ਧੱਕੜਪੁਣੇ ਨਾਲ ਇਸ ਮਸਲੇ ਨੂੰ ਲਟਕਾਉਣਾ ਚਾਹੁੰਦੇ ਆ। ਔਰ ਅਸੀਂ ਸਰਪੰਚ ਸਾਹਿਬ ਨੂੰ ਵੀ, ਪਿੰਡ ਦੀ ਪੰਚਾਇਤ ਨੂੰ ਵੀ, ਅੱਜ ਪਿੰਡ ਦੇ ਲੋਕਾਂ ਨੂੰ ਵੀ ਘਰੋਂ ਘਰੀ ਜਾ ਕੇ ਇਹੀ ਬੇਨਤੀ ਕੀਤੀ ਹੈ ਕਿ ਇਸ ਧੱਕੇ ਦੇ ਖਿਲਾਫ ਪਿੰਡ ਵਾਸੀ, ਪਿੰਡ ਦੀ ਪੰਚਾਇਤ, ਸਰਪੰਚ ਸਾਹਿਬ, ਸਾਰੇ ਇਲਾਕੇ ਦੇ ਲੋਕ ਸਾਡਾ ਸਹਿਯੋਗ ਕਰਨ। ਅੱਜ ਹੋਰ ਵੀ ਜਥੇਬੰਦੀਆਂ ਸਾਡੇ ਇਸ ਸੰਘਰਸ਼ 'ਚ ਸ਼ਾਮਲ ਹੋਈਆਂ। ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਤੇ ਵੱਡਾ ਕਰਾਂਗੇ। ਕਿੰਨੀ ਤਰੀਕ ਨੂੰ ਤੁਸੀਂ ਮਿਲੇ ਪ੍ਰਿੰਸੀਪਲ? ਅਸੀਂ ਮਿਲੇ ਸੀ 24 ਤਰੀਕ ਨੂੰ, 24 ਅਗਸਤ, 6 ਅਗਸਤ ਨੂੰ ਵੀ ਮਿਲੇ। 5 ਅਗਸਤ ਨੂੰ ਉਹਨਾਂ ਨੇ ਵਰਬਲੀ ਸਾਨੂੰ ਕਿਹਾ ਸੀਗਾ। ਇੱਧਰ ਆ ਜਾ ਬੇਟੇ, ਆ ਫੜ ਲੈ। 5 ਅਗਸਤ ਨੂੰ ਵਰਬਲੀ ਕਿਹਾ ਸੀਗਾ ਕਿ ਤੁਹਾਡਾ ਰਿਜ਼ਲਟ ਠੀਕ ਨਹੀਂ ਹੈ, ਇਸ ਕਰਕੇ ਅਸੀਂ ਤੁਹਾਨੂੰ ਰਿਜ਼ਾਈਨ ਦੇ ਦਿਓ। 2 ਵੇ ਰਸਤੇ ਸੀਗੇ, ਇੱਕ ਤਾਂ ਆਪ ਰਿਜ਼ਾਈਨ ਦੇ ਦਿਓ ਜਾਂ ਫਿਰ ਅਸੀਂ ਰਿਜ਼ਾਈਨ ਦੇਵਾਂਗੇ ਕਿ ਫਿਊਚਰ ਦੇ ਵਿੱਚ ਤੁਹਾਡੇ ਇਫੈਕਟ ਪਏਗਾ ਜੋਬ ਤੇ। ਠੀਕ ਹੈ। ਇਹ ਕਿਹਾ। ਕਾਰਨ ਕੀ ਹੈ ਮਤਲਬ? ਮੇਰੇ ਕੋਲ 3 ਸੈਕਸ਼ਨ ਸੀਗੇ +2 ਦੇ, ਟੋਟਲ ਸਟੂਡੈਂਟ 73 ਸੀਗੇ, ਉਹਦੇ ਵਿੱਚੋਂ ਮੇਰੀ 6 ਕੰਪਾਰਟਮੈਂਟਸ ਆਈਆਂ ਠੀਕ ਹੈ। ਤੇ 67 ਮੇਰੇ ਬੱਚੇ, 2 ਬੱਚਿਆਂ ਦੇ 98 ਮਾਰਕਸ ਆਏ ਆ ਜਿਹੜੇ ਫਸਟ ਸੈਕਿੰਡ ਆਏ ਆ ਕਮਰਸ ਡਿਪਾਰਟਮੈਂਟ ਦੇ ਵਿੱਚੋਂ। ਤੇ ਇਹਨਾਂ ਨੇ ਮੈਨੂੰ ਰੀਜ਼ਨ ਦੱਸਿਆ, ਮੈਂ ਸਾਰਾ ਕਲੀਅਰ ਕੀਤਾ ਕਿ ਮੇਰਾ ਰਿਜ਼ਲਟ 91 ਪੁਆਇੰਟ ਕੁਛ ਬਣ ਰਿਹਾ। ਇਹ ਤਾਂ ਕੋਈ ਰੀਜ਼ਨ ਨਹੀਂ ਹੋਇਆ, ਕੋਈ ਜਸਟਿਸ ਨਹੀਂ ਹੈ ਕਿ ਤੁਸੀਂ ਮੈਨੂੰ ਓਨਲੀ ਕੰਪਾਰਟਮੈਂਟਸ ਦੇ ਬੇਸ ਤੇ ਕੱਢ ਰਹੇ ਹੋ। ਅਦਰ ਮੇਰੀ ਫਾਈਲਸ ਦੇਖੋ, ਸਾਰਾ ਬਿਹੇਵੀਅਰ ਦੇਖੋ, ਸਾਰਾ ਠੀਕ ਹੈ, ਟਾਈਮ ਟੂ ਟਾਈਮ ਮੇਰਾ ਕੰਮ ਹੈ। ਜੇ ਕੋਈ ਹੈ ਕੰਪਲੇਂਟ ਤਾਂ ਮੈਨੂੰ ਦੱਸੋ। ਨਹੀਂ ਫਿਰ ਪ੍ਰਿੰਸੀਪਲ ਕੋਈ ਰੀਜ਼ਨ ਤੁਹਾਨੂੰ ਦੱਸਿਆ ਨਹੀਂ? ਕੋਈ ਰੀਜ਼ਨ ਨਹੀਂ ਦੱਸਿਆ, ਬਸ ਕਹਿ ਰਹੇ ਕੰਪਾਰਟਮੈਂਟਸ ਕਰਕੇ ਆ ਕਿ ਡੀਜੀਪੀ ਆਏ ਆ, ਪ੍ਰੈਜ਼ੀਡੈਂਟ ਨਵੇਂ ਆਏ ਆ, ਉਹਨਾਂ ਦਾ ਡਿਸੀਜਨ ਹੈ, ਉਹ ਕਿਸੇ ਦੀ ਨਹੀਂ ਸੁਣਦੇ। ਮੈਨੂੰ ਆਪ ਪਤਾ, ਪ੍ਰਿੰਸੀਪਲ ਕਹਿ ਰਹੇ ਆ ਕਿ ਤੁਸੀਂ ਬੈਸਟ ਟੀਚਰ ਹੋ, ਤੁਹਾਨੂੰ ਜੋਬ ਹੋ ਕੇ ਤੇ ਮਿਲ ਜੇਗੀ, ਬਟ ਕੀ ਕਰੀਏ ਅਸੀਂ, ਪ੍ਰੈਜ਼ੀਡੈਂਟ ਕਿਹੜਾ ਉਹ ਨਹੀਂ ਸੁਣਦੇ। ਟਾਈਮ ਹੋ ਗਿਆ ਤੁਹਾਨੂੰ ਇਸ ਸਕੂਲ ਦੇ ਵਿੱਚ? ਮੈਨੂੰ ਨੀਅਰ ਅਬਾਊਟ 5 ਇਅਰਸ ਹੋ ਗਏ। 17 ਨਵੰਬਰ ਨੂੰ 5 ਇਅਰਸ ਹੋ ਜਾਣੇ। ਵਗੈਰਾ ਤਾਂ ਨਹੀਂ ਹੋਇਆ ਇਹਨਾਂ ਨੂੰ? ਨਹੀਂ, ਕੋਈ ਕੰਪਲੇਂਟ ਨਹੀਂ, ਕੋਈ ਵਾਰਨਿੰਗ ਲੈਟਰ ਨਹੀਂ ਹੈ, ਕੋਈ ਕੁਝ ਨਹੀਂ ਹੈ। ਠੀਕ। ਕਿਸੇ ਹੋਰ ਅਧਿਆਪਕ ਦਾ ਇਸ ਤਰ੍ਹਾਂ ਦੇਖਿਆ ਗਿਆ ਤੁਹਾਡੇ ਤੋਂ ਪਹਿਲਾਂ ਜਾਂ ਪਹਿਲਾਂ ਕੱਢੇ ਆ, ਬਸ ਸੈਸ਼ਨ ਦੇ ਸਟਾਰਟਿੰਗ 'ਚ ਕੱਢੇ ਆ, ਪਰ ਉਹਨਾਂ ਦਾ ਟਾਈਮ ਪੀਰੀਅਡ ਸੀਗਾ ਉਹ 2 ਸਾਲ ਤੋਂ ਘੱਟ ਸੀ, ਉਹ ਹਜੇ ਕੰਟਰੈਕਟ ਬੇਸ ਤੇ ਸੀਗੇ। ਉਹਨਾਂ ਨੂੰ ਤੁਹਾਨੂੰ ਮਤਲਬ ਜੇ ਕੋਵਿਡ-19 ਦੇ ਫੁੱਲ ਪੇ ਦਿੱਤੀ ਆ, ਉਹਦਾ ਕੋਈ ਰੋਲਾ ਨਹੀਂ ਹੈ। ਇੰਕਰੀਮੈਂਟ ਲੱਗਿਆ, ਉਹਦਾ ਵੀ ਦਿੱਤਾ, ਬਟ ਆ ਜਿਹੜਾ ਬਿਨਾਂ ਕੋਈ ਰੀਜ਼ਨ ਤੋਂ ਨਿਕਾਲ ਰਹੇ ਆ, ਉਹ ਇਸ਼ੂ ਹੈ। ਮੈਨੇਜਮੈਂਟ ਵੱਲੋਂ ਜਾਂ ਪਿੰਡ ਵਾਲਿਆਂ ਵੱਲੋਂ ਕੋਈ ਸਕਾਰਾਤਮਕ ਤੁਹਾਨੂੰ ਰਵੱਈਆ ਦਿਖ ਰਿਹਾ? ਨਾ, ਕੁਝ ਵੀ ਨਹੀਂ ਦਿਖ ਰਿਹਾ, ਕੋਈ ਨਹੀਂ। ਟੀਚਰਸ ਵੀ ਕਹਿ ਰਹੇ ਆ ਅਸੀਂ ਡਾਇਰੈਕਟ ਵੇ ਨਾਲ ਉਹਨਾਂ ਦੀ ਸਾਥ ਦੇ ਸਕਦੇ, ਬਟ ਇਨਡਾਇਰੈਕਟ ਵੇ ਨਾ ਕਰ ਸਕਦੇ ਹੋ। ਅੰਦਰੋਂ ਸਾਰੇ ਕਹਿ ਰਹੇ ਆ, ਬਟ ਅੱਗੇ ਕੋਈ ਨਹੀਂ ਆ ਰਿਹਾ। ਅੱਗੇ ਵੀ ਇਹੀ ਨਹੀਂ ਮੰਨੀ ਜਾਂਦੀ, ਤੁਸੀਂ ਕੀ ਅੱਗੇ ਕਰੋਗੇ? ਜੋਬਸ ਹੀ ਨਹੀਂ ਹੈ, ਮੈਨੂੰ ਬਸ ਆਪਣਾ ਰੀਜ਼ਨ ਦਿੱਤਾ ਜਾਵੇ, ਡਿਸੀਜਨ ਲਿੱਤਾ ਜਾਵੇ, ਇੱਕ ਮੀਟਿੰਗ ਬੁਲਾਈ ਜਾਵੇ, ਮੇਰਾ ਕੀ ਰੀਜ਼ਨ ਹੈ ਮੈਨੂੰ ਬੇਸ ਦਿੱਤਾ ਜਾਵੇ।
ਕਿਸ ਰੀਜ਼ਨ ਕਰਕੇ ਕੱਢ ਰਹੇ ਆ। ਇਸ ਤੋਂ ਇਲਾਵਾ ਅੱਗੇ ਵੀ ਟੀਚਰਸ ਨੂੰ ਧਮਕੀ ਦਿੱਤੀ ਜਾ ਰਹੀ ਹੈ, ਜੇ ਤੁਸੀਂ ਇਹਦੇ ਨਾਲ ਖੜੋਗੇ ਜਾਂ ਮੈਂ ਮੇਰਾ ਵੈਡਨਸਡੇ ਨੂੰ ਡੇ ਹੁੰਦਾ, ਇੱਕ ਵੀਕ 'ਚੋਂ 1 ਡੇ ਤਾਂ ਸਾਨੂੰ ਬੁਲਾਇਆ ਜਾਂਦਾ ਸਕੂਲੇ। ਮੈਂ ਆਈ ਵੀ ਸੀ, ਮੈਨੂੰ ਗੇਟ ਤੋਂ ਐਂਟਰ ਨਹੀਂ ਕਰਨ ਦਿੱਤਾ, ਅਟੈਂਡੈਂਸ ਨਹੀਂ ਲਾਉਣ ਦਿੱਤੀ, ਸਟਾਫ ਰੂਮ 'ਚ ਨਹੀਂ ਜਾਣ ਦਿੱਤਾ। ਜਿਵੇਂ ਮੈਂ ਕੋਈ ਕ੍ਰਾਈਮ ਕੀਤਾ ਹੋਵੇ ਟੀਚਰਸ ਨੂੰ ਨਹੀਂ ਮੈਨੂੰ ਮਿਲਣ ਦਿੱਤਾ, ਤੁਸੀਂ ਇੱਥੇ ਬੈਠੇ ਰਹੋ, ਬਸ ਇੱਥੇ ਬੈਠ ਕੇ ਜਾਓ। 8:15 ਤੇ ਸਕੂਲ ਦੀ ਟਾਈਮਿੰਗ ਹੈ, ਮੈਸੇਜ ਵੀ ਪਾ ਰਿਹਾ ਕਿ 8:15 ਤੇ ਅਗਰ ਕੋਈ ਵੀ ਟੀਚਰ ਲੇਟ ਆਏਗਾ ਤਾਂ ਉਹਨੂੰ ਰਿਟਰਨ ਦੇਣਾ ਪਏਗਾ। ਬਟ ਆਪ ਸਰ 9:20 ਤੇ ਆ ਰਹੇ ਆ, ਉਨੀ ਦੇਰ ਮੈਨੂੰ ਬੱਸੇ ਬਾਹਰ ਰੂਮ ਦੇ ਵਿੱਚ ਉੱਥੇ ਬਿਠਾਈ ਰੱਖਿਆ। ਅੱਜ ਦਾ ਇਹ ਇਕੱਠ ਜਿਹੜਾ ਸੀਗਾ, ਜਿਵੇਂ ਬੁਲਾਰਿਆਂ ਨੇ ਪਹਿਲਾਂ ਵੀ ਦੱਸਿਆ, ਮੇਰੇ ਤੋਂ ਪਹਿਲਾਂ ਵੀ ਦੱਸਿਆ ਕਿ ਇਸ ਸਕੂਲ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿੱਚ ਜਿਹੜੇ ਇੱਕ ਸਾਡੇ ਅਰਥ ਸ਼ਾਸਤਰ ਪੜ੍ਹਾਉਣ ਵਾਲੇ ਅਧਿਆਪਕਾ ਸੀਗੀ, ਉਹਨੂੰ ਬਿਨਾਂ ਵਜ੍ਹਾ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਮੇਨ ਮੁੱਦਾ ਇਹ ਹੈ ਕਿ ਉਹਦਾ ਕਾਰਨ ਘੱਟੋ ਘੱਟ ਬਰਖਾਸਤ ਨੌਕਰੀ ਤੋਂ ਕਰਨਾ ਤਾਂ ਉਹਦਾ ਰੀਜ਼ਨ ਹੁੰਦਾ ਹੈ। ਸਾਡੇ ਦੋ ਇੱਥੇ ਮਤਲਬ ਕੁਐਸਚਨ ਨੇ ਕਿ ਜਦੋਂ ਸਰਕਾਰ ਵੱਲੋਂ ਇਹ ਲੈਟਰ ਹੈ ਕਿ ਕੋਵਿਡ-19 ਦੇ ਵਿੱਚ ਕਿਸੇ ਵੀ EMPLOYE ਨੂੰ, ਕੋਈ ਵੀ EMPLOYER ਨੌਕਰੀ ਤੋਂ ਨਹੀਂ ਕੱਢ ਸਕਦਾ, ਈਵਨ ਉਹਦੀ ਪੇ ਨਹੀਂ ਰੋਕ ਸਕਦਾ, ਨੌਕਰੀ ਤੋਂ ਕੱਢਣਾ ਤਾਂ ਬਹੁਤ ਦੂਰ ਦੀ ਗੱਲ ਹੈ। ਫਿਰ ਇਹਨਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਸ ਬੱਚੀ ਨੂੰ ਬਿਨਾਂ ਵਜ੍ਹਾ ਨੌਕਰੀ ਤੋਂ ਕੱਢ ਕੇ ਹਰਾਸ਼ ਕੀਤਾ ਹੈ। ਇੱਕ ਤਾਂ ਗੱਲ ਇਹ ਹੈ ਕਿ 5 ਸਾਲ ਹੋ ਚੁੱਕੇ ਆ, ਤੁਸੀਂ ਨੌਕਰੀ ਤੋਂ ਬਿਨਾਂ ਵਜ੍ਹਾ ਨਹੀਂ ਕੱਢ ਸਕਦੇ। ਜਿਵੇਂ ਇਹਨਾਂ ਦੇ ਮੁਤਾਬਿਕ ਵੀ ਪਹਿਲਾਂ ਉਹਨੂੰ ਇਹ ਕਿਹਾ ਗਿਆ ਕਿ ਤੇਰਾ ਰਿਜ਼ਲਟ ਜਿਹੜਾ ਹੈਗਾ ਵੀ ਉਹ ਘੱਟ ਆਇਆ ਹੈ, ਤੇ ਕੰਪਾਰਟਮੈਂਟਸ ਨੂੰ, ਵੈਸੇ ਕੰਪਾਰਟਮੈਂਟ ਨੂੰ ਰਿਜ਼ਲਟ ਨੂੰ ਆਪਾਂ ਉਸ ਲੈਵਲ ਤੇ ਨਹੀਂ ਕਾਊਂਟ ਕਰਦੇ, ਫਿਰ ਵੀ ਅਬਵ 90% ਬਣਦਾ ਹੈ। ਫਿਰ ਜਦੋਂ ਜਿਹੜਾ ਕਾਰਨ ਦਿੱਤਾ ਇਹਨਾਂ ਨੇ, ਉਹ ਕਾਰਨ ਇਹ ਦਿੱਤਾ ਹੈ ਕਿ ਬੱਚਿਆਂ ਦੀ ਗਿਣਤੀ ਘਟ ਗਈ ਹੈ, ਯਾਨੀ ਕਿ ਅਰਥ ਸ਼ਾਸਤਰ ਪੜ੍ਹਨ ਵਾਲੇ ਬੱਚੇ +1 +2 ਦੇ ਵਿੱਚੋਂ ਘਟ ਗਏ ਹੈ, ਇਸ ਕਰਕੇ ਮਤਲਬ ਤੁਹਾਨੂੰ ਉਹਦੇ ਵਿੱਚੋਂ ਕੱਢਿਆ ਗਿਆ। ਤਾਂ ਸਾਡਾ ਇੱਕ ਰੀਜ਼ਨ ਇਹ ਵੀ ਸੀਗਾ, ਸਾਡਾ ਕੁਐਸਚਨ ਇੱਕ ਇਹ ਵੀ ਹੈ ਵੀ ਫਿਰ ਇਹਨੂੰ ਹੀ ਕਿਉਂ ਕੱਢਿਆ ਗਿਆ, ਵੀ ਜੇ ਉਹ ਹੋਰ ਵੀ ਕੋਈ ਹੈਗਾ, ਜੇ ਤੋਂ ਜੂਨੀਅਰ ਹੈਗਾ ਵਾ ਤਾਂ ਕੀ ਉਹਨੂੰ ਕੱਢਿਆ ਜਾ ਸਕਦਾ ਸੀਗਾ। ਅਸੀਂ ਵੈਸੇ ਤਾਂ ਸਾਡੀ ਲੜਾਈ ਇਕੱਲੀ ਇਹ ਨਹੀਂ ਹੈਗੀ ਹੈ ਕਿ ਇਸ ਬੱਚੀ ਨੂੰ ਨੌਕਰੀ ਤੋਂ ਕੱਢਿਆ ਗਿਆ ਤੇ ਸਾਡੀ ਲੜਾਈ ਇੱਥੇ ਤੋਂ ਸ਼ੁਰੂ ਹੋਏਗੀ ਤੇ ਇੱਥੋਂ ਹੀ ਖਤਮ ਹੋ ਜਾਏਗੀ। ਅਸੀਂ ਤਾਂ, ਸਾਡੀ ਲੜਾਈ ਤਾਂ ਇਹ ਹੈਗੀ ਹੈ ਕਿ ਜਦੋਂ ਵੀ ਇਹਨਾਂ ਪ੍ਰਾਈਵੇਟ ਸੰਸਥਾਵਾਂ ਦੇ ਵਿੱਚੋਂ ਖਾਸ ਕਰਕੇ ਧੱਕਾ ਹੁੰਦਾ ਹੈ, ਔਰ ਇਹਨਾਂ ਸੰਸਥਾਵਾਂ ਨੂੰ, ਖਾਸ ਕਰਕੇ ਜਿਹੜੀਆਂ ਸੰਸਥਾਵਾਂ ਗੁਰੂਆਂ ਪੀਰਾਂ ਦੇ ਨਾਂ ਤੇ ਚੱਲ ਰਹੀਆਂ, ਉਹਨਾਂ ਸੰਸਥਾਵਾਂ ਦੇ ਵਿੱਚੋਂ ਇਸ ਕਿਸਮ ਦਾ ਵਰਤਾਰਾ ਵਾਪਰਦਾ ਹੈ, ਤਾਂ ਇਹ ਪੰਜਾਬ ਦੇ ਲੋਕਾਂ ਲਈ, ਖਾਸ ਕਰਕੇ ਇਸ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਸਵਾਲ ਹੈ। ਜਿਹੜਾ ਇਸ ਕਿਸਮ ਦੀ ਧੱਕੇਸ਼ਾਹੀ ਜਦੋਂ ਹੁੰਦੀ ਹੈ, ਕਿਉਂਕਿ ਇਹ ਤਾਂ ਆਪਾਂ ਵਿਰੋਧੀ ਗੱਲ ਹੋ ਗਈ ਨਾ ਕਿ ਗੁਰੂਆਂ ਪੀਰਾਂ ਨੇ ਤਾਂ ਜ਼ੁਲਮ ਦੇ ਖਿਲਾਫ ਟੱਕਰ ਲਈ ਹੈ, ਉਹਨਾਂ ਨੇ ਸਰਬੰਸ ਕੁਰਬਾਨ ਕੀਤਾ ਹੈ, ਤੱਤੀਆਂ ਤਵੀਆਂ ਤੇ ਬੈਠੇ ਆ, ਉਹਨਾਂ ਨੇ ਬੰਦ ਕਟਵਾਇਆ ਹੈ, ਤੇ ਉਹਨਾਂ ਸੰਸਥਾ ਦੇ ਵਿੱਚ ਬੈਠ ਕੇ ਕੋਈ ਬੰਦਾ ਮਤਲਬ ਜ਼ੁਲਮ ਕਰੇ, ਧੱਕਾ ਕਰੇ, ਤਾਂ ਇਹ ਨਾ ਬਰਦਾਸ਼ਤ ਕਰਨੀ ਹੋਊਗਾ। ਔਰ ਸਾਡੀ ਮੰਗ ਤਾਂ ਇਹ ਹੈ ਕਿ ਇਸ ਬੱਚੀ ਨੂੰ ਮਤਲਬ ਬਿਨਾਂ ਸ਼ਰਤ, ਬਿਨਾਂ ਕਿਸੇ ਗੱਲ ਤੋਂ, ਮਤਲਬ ਕੋਈ ਇਹਦੇ ਨਾਲ ਸ਼ਰਤ ਲਗਾ ਕੇ ਇਹਨੂੰ ਨੌਕਰੀ ਤੇ ਬਹਾਲ ਕੀਤਾ ਜਾਵੇ। ਔਰ ਨਹੀਂ ਤਾਂ ਜਿੰਨਾ ਚਿਰ ਤੱਕ ਇਹ ਨੌਕਰੀ ਤੋਂ ਬਹਾਲ ਨਹੀਂ ਹੁੰਦੀ, ਸਾਡਾ ਸੰਘਰਸ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜ਼ਰੂਰ ਚੱਲੇਗਾ, ਤਿੱਖਾ ਹੋਏਗਾ, ਤੇ ਇਹਦਾ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਨਿਰੀ ਪੂਰੀ ਸਕੂਲ ਪ੍ਰਿੰਸੀਪਲ ਦੀ ਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਹੋਏਗੀ। ਕਿਉਂਕਿ ਸਕੂਲ ਮੈਨੇਜਮੈਂਟ ਕਮੇਟੀ ਦਾ ਜਿਸ ਕਿਸਮ ਦਾ ਉਹਨਾਂ ਦਾ ਰਵੱਈਆ ਹੈਗਾ ਵਾ, ਜਾਂ ਇਹ ਅਸੀਂ ਸਮਝਦੇ ਹਾਂ, ਅਸੀਂ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਹਾਂ ਕਿ ਸਕੂਲ ਮੈਨੇਜਮੈਂਟ ਕਮੇਟੀ ਤੋਂ ਬਿਨਾਂ ਪ੍ਰਿੰਸੀਪਲ ਦੀ ਇੰਨੀ ਜ਼ਰੂਰਤ ਨਹੀਂ ਹੈ ਕਿ ਕੋਈ ਉਹ ਕੰਮ ਕਰ ਸਕੇ। ਉਹ ਟਾਈਮ ਦੇ ਰਿਹਾ ਸਕੂਲ, ਜਿਹੜਾ ਪਿੰਡ ਦਾ ਸਰਪੰਚ ਹੈ, ਉਹਨਾਂ ਨੂੰ, ਸਰਪੰਚ ਸਾਹਿਬ ਨੂੰ, ਹੋਰ ਇੱਕ ਪਤਵੰਤੇ ਸੱਜਣੋਂ ਨਾਲ ਗਏ, ਉਹਨਾਂ ਨੂੰ ਟਾਈਮ ਦਿੱਤਾ ਹੈ ਕਿ ਕੱਲ੍ਹ ਨੂੰ ਇੰਨੇ ਵਜੇ ਆਪਾਂ ਮਿਲਾਂਗੇ ਤੇ ਉਹਨੂੰ ਸ਼ਾਰਟ ਆਊਟ ਕਰ ਲਾਂਗੇ, ਔਰ ਸਵੇਰੇ ਉਹ ਮੈਸੇਜ ਭੇਜ ਰਿਹਾ ਕਿ ਨਹੀਂ ਆਪਾਂ ਨਹੀਂ ਮਿਲ ਸਕਦੇ। ਤਾਂ ਮਤਲਬ ਇਹ ਹੈ ਕਿ ਰਾਤ ਨੂੰ ਉਹਨੇ ਫਿਰ ਜਿਹੜਾ ਇਸ਼ਾਰਾ ਹੋਇਆ, ਜਿਹੜਾ ਕੁਛ ਉਹਨੂੰ ਮਿਲਿਆ, ਉਸ ਮੁਤਾਬਿਕ ਉਹਨਾਂ ਨੇ ਐਕਟ ਕੀਤਾ। ਮੰਗ ਰਿਹਾ ਇਹ ਸਵੇਰ ਤੋਂ ਪ੍ਰਸ਼ਾਸਨ ਦੇਖ ਰਿਹਾ, ਅਸੀਂ ਕਵਰ ਕਰ ਰਿਹਾ, ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਜ਼ਾਹਰ ਹੈ ਕਿ ਪ੍ਰਸ਼ਾਸਨ ਨਾਲ ਤੁਹਾਡਾ ਸੰਪਰਕ ਹੋਇਆ ਹੋਊਗਾ, ਪ੍ਰਸ਼ਾਸਨ ਦਾ ਕੋਈ ਸਹਿਯੋਗ ਦਿਖ ਰਿਹਾ? ਪ੍ਰਸ਼ਾਸਨ ਦਾ ਸਹਿਯੋਗ ਸਾਨੂੰ ਸਿਰਫ ਇੰਨਾ ਕੀ ਦਿਖ ਰਿਹਾ ਫਿਲਹਾਲ ਕਿ ਉਹ ਸਾਨੂੰ ਜਿਵੇਂ ਮਤਲਬ ਵੱਡੇ ਲੈਵਲ ਤੇ ਸਾਨੂੰ ਐ ਵੀ ਇੱਥੇ ਇਹ ਨਹੀਂ ਕਰਨਾ, ਉਹ ਨਹੀਂ ਰੋਕਣ ਵਾਲੇ ਲੈਵਲ ਤੇ, ਉਸ ਲੈਵਲ ਤੇ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਦਾ ਕੋਈ ਵੱਡਾ ਸਹਿਯੋਗ ਨਹੀਂ ਹੈਗਾ। ਜੇ ਪ੍ਰਸ਼ਾਸਨ ਦਾ ਸਹਿਯੋਗ ਹੁੰਦਾ ਤਾਂ ਮਤਲਬ ਜਿੱਦਣ ਅਸੀਂ 31 ਅਗਸਤ ਨੂੰ ਇੱਥੇ ਆ ਕੇ ਗਏ ਆ, ਇਹਨੂੰ ਨੋਟਿਸ ਦੇ ਕੇ ਗਏ ਆ, ਉਸ ਨੋਟਿਸ ਦੇ ਵਿੱਚ ਇਹਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ, ਇਹਨੇ ਉਸ ਕਿਸਮ ਦਾ ਰਵੱਈਆ, ਮਤਲਬ ਤੁਸੀਂ ਇਹ ਦੇਖੋ ਵੀ ਜੇ ਅਸੀਂ 10 ਬੰਦੇ, ਅਸੀਂ ਅਲੱਗ-ਅਲੱਗ ਯੂਨੀਅਨਾਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਆ, ਅਸੀਂ ਮਤਲਬ ਮੁਲਾਜ਼ਮਾਂ ਦੇ ਨੁਮਾਇੰਦੇ ਆ, ਤੇ ਕੋਈ ਨੁਮਾਇੰਦਾ ਜਾਂ ਪਿੰਡ ਦਾ ਪਤਵੰਤਾ ਸੱਜਣ ਕੋਈ ਤੁਹਾਡੇ ਕੋਲ ਆਉਂਦਾ, ਤੁਸੀਂ ਕਿਸ ਢੰਗ ਨਾਲ ਗੱਲ ਕਰਨੀ ਆ, ਉਹ ਤੂੰ ਓਏ ਕਰਕੇ ਗੱਲ ਕਰ ਰਿਹਾ ਸਾਡੇ ਨਾਲ। ਪ੍ਰਿੰਸੀਪਲ ਸੰਸਥਾ ਦਾ ਹੈ, ਸਾਨੂੰ ਐਂ ਲੱਗਦਾ ਹੈ ਕਿ ਜਿਹੜਾ ਸੰਸਥਾ ਦਾ ਮੁਖੀ ਆ ਉਹ ਹੰਬਲ ਹੋਣਾ ਚਾਹੀਦਾ, ਉਹਦੇ 'ਚ ਪੇਸ਼ੈਂਸ ਹੋਣੀ ਚਾਹੀਦੀ ਹੈ, ਉਹਨੂੰ ਚਾਹੇ ਮੂਹਰੋਂ ਜਿੰਨਾ ਮਰਜ਼ੀ ਕੋਈ ਬੰਦਾ ਉਹਦੇ ਲਈ ਪ੍ਰਵੋਕ ਕਰੇ, ਉਹਨੂੰ ਪ੍ਰਵੋਕ ਨਹੀਂ ਹੋਣਾ ਚਾਹੀਦਾ, ਪਰ ਉਹ ਗੱਲ ਕਰਨ ਨੂੰ ਤਿਆਰ ਨਹੀਂ, ਉਹ ਤੂੰ ਕਰਕੇ ਕਹਿ ਰਿਹਾ, ਉਹ ਇਹ ਕਹਿ ਰਿਹਾ, ਬਕਵਾਸ ਕਰ ਰਿਹਾ, ਤੂੰ ਇੱਦਾਂ ਦੇ ਸ਼ਬਦ ਮਤਲਬ ਕਹਿ ਰਿਹਾ। ਤੇ ਅਸੀਂ ਮਤਲਬ ਇਹਦਾ ਇਨਫੋਰਮੇਸ਼ਨ ਜਿਹੜੀ ਹੈ ਉਸੇ ਵਕਤ SSP ਸਾਹਿਬ ਨੂੰ ਜਾਂ ਜਿਹੜੇ ਪੁਲਿਸ ਦੇ ਹੋਰ ਨੁਮਾਇੰਦੇ ਸੀ ਉਹਨਾਂ ਨੂੰ ਦਿੱਤੀ ਹੈ, ਤੇ ਉਹਨਾਂ ਨੇ ਵੀ ਸਿਰਫ ਭਰੋਸਾ ਦਵਾਇਆ ਕਿ ਮਾਮਲਾ ਹੱਲ ਹੋ ਜਾਏਗਾ, ਪਰ ਮਾਮਲਾ ਹੱਲ ਕੀ ਹੋਇਆ ਉਹ ਤੁਹਾਡੇ ਸਾਹਮਣੇ ਅੱਜ। ਜੋ ਵੀਰੇਂਦਰ ਸਿੰਘ ਜੀ ਪ੍ਰਧਾਨ ਨੇ, ਉਹਨਾਂ ਨਾਲ ਤੁਹਾਡਾ ਸੰਪਰਕ ਹੋ ਸਕਿਆ? ਉਹਨਾਂ ਦਾ ਸੰਪਰਕ ਉਸ ਲੈਵਲ ਤੇ ਨਹੀਂ ਹੋ ਸਕਿਆ ਕਿਉਂਕਿ ਉਹ ਗੱਲ ਹੀ ਨਹੀਂ ਕਰਦੇ। ਉਹਨਾਂ ਨੇ ਟਰਾਈ ਕੀਤੀ ਹੈ, ਸਾਡੇ ਨੁਮਾਇੰਦਿਆਂ ਨੇ, ਕਮਲਜੀਤ ਖੰਨਾ ਜੀ ਹੁਣਾਂ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਫੋਨ ਤੇ, ਬਟ ਉਹ ਫੋਨ ਹੀ ਨਹੀਂ ਪਿਕ ਕਰਦੇ।
ਕੋਈ ਅਦਾਰੇ ਰਾਹੀਂ ਸਾਡੇ ਚੈਨਲ ਰਾਹੀਂ ਕੋਈ ਕਮੇਟੀ ਨੂੰ ਜਾਂ ਕਿਸੇ ਨੂੰ ਮੈਸੇਜ ਦੇਣਾ ਚਾਹੁੰਦੇ? ਅਸੀਂ ਮੈਸੇਜ ਜ਼ਰੂਰ ਦੇਣਾ ਚਾਹਾਂਗੇ। ਇੱਕ ਮੈਸੇਜ ਤਾਂ ਇਹ ਜਿਹੜਾ ਕਮੇਟੀ ਨੂੰ ਦੇਣਾ ਚਾਹੁੰਦੇ ਆ ਕਿ ਇਹ ਸੰਸਥਾ ਦਾ ਇੱਕ ਵਕਾਰ ਹੈ ਆਪਣਾ। ਇਹ ਸੰਸਥਾ ਦੇ ਵਿੱਚੋਂ ਜਦੋਂ ਬੀਐਡ ਕਾਲਜ ਦੇ ਵਿੱਚੋਂ ਬਹੁਤ ਅੱਛੇ ਜਿਹੜੇ ਮਤਲਬ ਸਕਾਲਰ ਪਾਸ ਆਊਟ ਹੋ ਕੇ ਗਏ ਆ, ਔਰ ਦੂਜੀ ਜਿਹੜੀ ਤੁਹਾਡੀ ਕਾਲਜ ਦੀ ਸੰਸਥਾ ਹੈ ਇਹਨਾਂ ਦੀ ਡਿਗਰੀ ਕਾਲਜ ਹੈ, ਉਹਦੇ ਵਿੱਚੋਂ ਵੀ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਜਿਨ੍ਹਾਂ ਨੇ ਨਿਮਾਣਾ ਖੱਟਿਆ ਹੈ, ਬੜੀਆਂ ਅੱਛੀਆਂ ਪੋਸਟਾਂ ਤੇ ਹੈ। ਇੱਕ ਸੰਸਥਾ ਦਾ ਨਾਮ ਹੈ, ਔਰ ਮੋਸਟਲੀ ਸਕੂਲ ਦੇ ਵਿੱਚੋਂ ਵੀ ਪੜ੍ਹ ਕੇ ਜਿਹੜੇ ਬੱਚੇ ਗਏ ਆ ਵੱਡੀਆਂ ਪੋਸਟਾਂ ਤੇ ਹੈਗੇ ਆ। ਤਾਂ ਸੰਸਥਾ ਦਾ ਮਾਹੌਲ ਇੱਕ ਇਸ ਬੰਦੇ ਕਰਕੇ ਜਿਹੜਾ 1951 ਤੋਂ ਲੈ ਕੇ ਅੱਜ ਤੱਕ ਇਦਾਂ ਦਾ ਮਾਹੌਲ ਨਹੀਂ ਬਣਿਆ, ਤਾਂ ਇਸ ਬੰਦੇ ਦੇ ਰਾਹੀਂ ਤੁਸੀਂ ਇਸ ਮਾਹੌਲ ਨੂੰ ਇਦਾਂ ਦਾ ਸੰਸਥਾ ਦਾ ਨਾਂ ਬਣਾਓ। ਅਸੀਂ ਬੇਨਤੀ ਕਰਾਂਗੇ, ਰਿਕੁਐਸਟ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪਲੀਜ਼ ਇਸ ਨੂੰ ਜਿਹੜਾ ਠੀਕ ਢੰਗ ਨਾਲ ਮਤਲਬ ਨਜਿੱਠਣ ਦੀ ਕੋਸ਼ਿਸ਼ ਕਰੋ। ਇਹ ਬੱਚੀ ਨੂੰ ਨੌਕਰੀ ਤੇ ਇਹਦੇ 'ਚ ਤਾਂ ਕੋਈ ਦਰੋਮਾ ਨਹੀਂ, ਸਾਡੀ ਕੋਈ ਤੀਜੀ ਮੰਗ ਹੀ ਨਹੀਂ ਹੈਗੀ ਹੈ ਕਿ ਤੁਸੀਂ ਬੱਚੀ ਨੂੰ ਬਿਨਾਂ ਕਾਰਨ ਕੱਢਿਆ, ਉਹਦੇ 'ਚ ਕੋਈ ਦੋਸ਼ ਨਹੀਂ ਹੈ, ਕੋਈ ਉਹਦਾ ਫਾਲਟ ਨਹੀਂ ਹੈਗਾ, ਤੁਸੀਂ ਉਹਨੂੰ ਨੌਕਰੀ ਤੇ ਬਹਾਲ ਕਰੋ, ਉਹਦੇ 'ਚ ਕੋਈ ਗੱਲ ਨਹੀਂ। ਦੂਜੀ ਗੱਲ, ਅਸੀਂ ਉਹਨਾਂ ਮਤਲਬ ਪਿੰਡ ਵਾਲਿਆਂ ਨੂੰ ਜਾਂ ਲੋਕਾਂ ਨੂੰ ਵੀ ਐਂ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਸੰਸਥਾਵਾਂ ਦੇ ਵਿੱਚ ਕੀ ਵਾਪਰਦਾ ਹੈ ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਮੋਟੀਆਂ ਫੀਸਾਂ ਦੇ ਕੇ ਭੇਜਦੇ ਹਾਂ, ਤੇ ਇੱਥੇ ਅਧਿਆਪਕਾਂ ਨਾਲ ਕਿੰਨਾ ਸ਼ੋਸ਼ਣ ਹੁੰਦਾ ਹੈ, ਕੀ ਹਿਸਾਬ ਨਾਲ ਗੱਲਬਾਤ ਕੀਤੀ ਜਾਂਦੀ ਹੈ, ਉਹ ਵੀ ਸਾਨੂੰ ਵਿਚਾਰਨ ਦੀ ਲੋੜ ਹੈ, ਮਸਲਾ ਵਿਚਾਰਨ ਦਾ। ਇਸ ਇਕੱਠ ਬਾਰੇ ਸਾਫ਼ ਲਫ਼ਜ਼ਾਂ 'ਚ ਇਹ ਗੱਲ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਧੱਕੇਸ਼ਾਹੀ ਹੋ ਰਹੀ ਆ, ਪੰਜਾਬ ਸਰਕਾਰ ਦਾ ਐਜੂਕੇਸ਼ਨ ਡਿਪਾਰਟਮੈਂਟ ਬਿਲਕੁਲ ਹੀ ਇਸ ਧੱਕੇਸ਼ਾਹੀ ਨੂੰ ਅਣਦੇਖਾ ਕਰ ਰਿਹਾ। ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਜਾਇਜ਼ ਤੌਰ ਤੇ ਫੀਸਾਂ ਦੀ ਵਸੂਲੀ ਹੋ ਰਹੀ ਆ, ਬੱਚਿਆਂ ਨਾਲ ਧੱਕਾ ਹੋ ਰਿਹਾ। ਪ੍ਰਾਈਵੇਟ ਟੀਚਰ ਆ ਜਿਹੜੇ, ਉਹਨਾਂ ਨਾਲ ਧੱਕਾ ਹੋ ਰਿਹਾ, ਸਕੂਲਾਂ ਵਿੱਚੋਂ ਕੱਢੇ ਜਾ ਰਿਹਾ। ਕਈ ਟੀਚਰਾਂ ਨੂੰ ਤਾਂ ਐਸੇ ਟੀਚਰ ਆ ਜਿਨ੍ਹਾਂ ਨੂੰ 40-40, 50-50% ਯੂਨੀਵਰਸਿਟੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਤਨਖਾਹ ਦਿੱਤੀ ਜਾ ਰਹੀ ਹੈ, ਤੇ ਉਹਨਾਂ ਤੋਂ ਐਸੇ ਖਾਲੀ ਕਾਗਜ਼ਾਂ ਤੇ ਵੀ ਸਾਈਨ ਕਰਾ ਕੇ ਰੱਖੇ ਹੁੰਦੇ ਆ ਸਕੂਲ ਵੱਲੋਂ, ਪ੍ਰਾਈਵੇਟ ਸਕੂਲ ਵੱਲੋਂ, ਬਈ ਉਹ ਗਾਂਹ ਨੂੰ ਕੋਈ ਕਾਰਵਾਈ ਵੀ ਕਰ ਨਾ ਸਕਣ। ਇੱਦਾਂ ਹੀ ਇੱਕ ਮਸਲਾ ਬਲੋਜ਼ਮ ਕਨਵੈਂਟ ਸਕੂਲ ਦਾ ਚੱਲ ਰਿਹਾ। ਉੱਥੋਂ ਦੀ ਟੀਚਰ ਜੀਵਨ ਜੋਤੀ ਆ, ਜਿਨ੍ਹਾਂ ਦਾ ਡੀਐਸਪੀ ਸਾਹਿਬ ਦੇ ਕੰਪਲੇਂਟ ਚੱਲ ਰਹੀ ਆ, ਤੇ ਉਹਦਾ ਵੀ ਇਹੀ ਮਸਲਾ, ਸਕੂਲ ਨੇ ਉਹਦੇ ਵੀ ਅਕਾਊਂਟ ਨਾਲ ਬਹੁਤ ਵੱਡੀ ਹੇਰਫੇਰ ਕੀਤੀ ਆ। ਹੋ ਸਕਦਾ ਇਸ ਸਕੂਲ ਵੱਲੋਂ ਵੀ ਟੀਚਰਾਂ ਦੇ ਅਕਾਊਂਟਾਂ ਨਾਲ ਜਾਂ ਫਿਰ ਕਿਸੇ ਹੋਰ ਚੀਜ਼ ਨਾਲ ਹੇਰਫੇਰ ਕੀਤੀ ਜਾਵੇ। ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਪੰਜਾਬ ਸਰਕਾਰ ਨੂੰ ਆਪ ਇਸ ਮਸਲੇ ਦੇ ਵਿੱਚ ਧਿਆਨ ਦੇਣਾ ਚਾਹੀਦਾ ਤਾਂ ਕਿ ਟੀਚਰਾਂ ਨਾਲ ਜਾਂ ਪੇਰੈਂਟਸ ਨਾਲ ਧੱਕਾ ਨਾ ਹੋ ਸਕੇ। मेरा नाम पवन सूद, प्रिंसिपल गुरु हरगोबिंद पब्लिक सीनियर सेकेंडरी स्कूल सिद्धमपुर, मैं हिमाचल से बिलोंग करता हूँ। तो इस बारे में ये कहना चाहता कि हमारे एक टीचर थे दीपिका खन्ना, तो उन्होंने इस बार साढ़े को इकनॉमिक्स विच पिछले साल 73 बच्चे थे +2 और साढ़े को इस बार 29 बच्चे साढ़े को रिकॉर्ड विच है कि 29 बच्चे रह गए। 2 सैक्शन असी टर्मिनेट करने की वजह से उन्होंने असी सर्विसिज टर्मिनेट की थी। और ये ऑर्डर एक डिसीजन एक मैनेजमेंट का डिसीजन होंगे, एक प्रिंसीपल का नहीं होंगे, क्योंकि प्रिंसीपल इज़ नॉट द अपॉइंटिंग अथॉरिटी एंड नॉट प्रिंसीपल इज द टर्मिनेटिंग अथॉरिटी। जो भी फैसला होंगे एक मैनेजमेंट का होंगे, उस मैनेजमेंट के फैसले तहत मैडम की सर्विसिज उन्होंने 2 महीने की तनख्वाह एडवांस दी, टर्मिनेशन नोटिस बकायदा जैसे CBSE रूल्स के अनुसार उन्होंने सर्विसिज टर्मिनेट की गई, अबॉलिश की गई, पोस्ट मतलब खत्म की गई, क्योंकि हमारे को पिछले साल मैं पहले भी दर्ज किया था कि बच्चे की संख्या घट गई है। और एज़ पर द CBSE रूल्स जब पोस्ट अबॉलिश की जा सकती, जब बच्चे घट जाए किसी संख्या की, तो वो आजकल वैसे भी लॉकडाउन चलिया, तो पता है कई स्कूल्स ने टीचर हटाना पड़ रहा है, क्योंकि टीचर की भी प्रॉब्लम है, फीस आजकल इतनी आ नहीं रही है। तो हर स्कूल ने कुछ टीचर, तो सिर्फ एक टीचर ही ना हटाया गया। उसके बाद ये मेरे को आए थे और मेरे नाल मैंने उन्होंने समझाया कि ये मैनेजमेंट का डिसीजन है और प्रिंसीपल का कल्ले का डिसीजन नहीं होगा, तो अननैसेसरी प्रिंसीपल में टारगेट करने का मेरे हिसाब से कोई मतलब नहीं बनता। फिर उसके बाद चलो जो भी है मेरे को आके पिछले हफ्ते ही 18 तारीख में शायद 24 तारीख में शायद ये खन्ना जो उन्होंने रिश्तेदार है साइड, उन्होंने नाम है कमलजीत खन्ना, और उन्होंने नाल कुछ 16-17 बंदे साड़ी सिक्योरिटी तोड़ते हुए एक एजुकेशनल इंस्टीट्यूट बिना परमिशन के तुसी आ नहीं सकते, आंदे ही 16-17 बंदे ने धक्काशाही करके मेरे ऑफिस में आके जबरदस्ती आके मेरे ऑफिस में चलते, हमारी सिक्योरिटी भी धक्के दे के आए। और इस तरह असी उन्होंने पुलिस को असी उन्होंने नाम लिख के दिता कि उन्होंने खिलाफ कंप्लेंट भी दर्ज की गई कि भी इस तरह साढ़े पर उन्होंने आके बिना मतलब का साढ़े स्कूल से मतलब अटैक किया, और मेरी पर्सनली मेरे ऑफिस में आके इस तरह धक्काशाही की। देखो एक डेमोक्रेसी है, हर किसी को एक अपना डेमोक्रेसी अपना करने का अधिकार है। अगर कोई ऐसा उन्होंने पर होया तो देयर इज़ अ लेबर कोर्ट इज़ देयर, बाकी कोर्ट है, उन्होंने उस कानूनी तरीके नाल करना चाहिए। ये तो कोई तरीका नहीं हो गया कि तुसी धारा 144 का शरेआम उल्लंघन कर रहे हैं। अज भी उन्होंने अपने भाषण शरेआम कहा कि अभी पंजाब गौरमेंट को नहीं मनते, CM के अभी 144 का डेली उल्लंघन कर रहे हैं, ये कानून के खिलाफ है। मैं समझदा कि मीडिया को पत्रकारिता को दोनों इस चीज़ देखनी चाहिए कि कोई भी कानून नाल खिलवाड़ ना करे। कानून तो बड़ा कोई नहीं, असी भी कानून नाल बंधे पे और ये भी कानून नाल बंधे। रीजन यही होगा ना, मतलब टीचर ने हटाने का, हाँ जी, लॉकडाउन के बच्चे नहीं आ रहे। हाँ
बच्चे घट गए नहीं आए भी नहीं बोल सकते कि कई बार +2 पिछले साल साढ़े को 73 बच्चे थे। मैं क्लियर गिनती बता रहा हूँ, ये ਤੁਹਾਨੂੰ ऑन रिकॉर्ड बता रहा हूँ, ਤੁਸੀਂ इसका ਅਸੀਂ ਤੁਹਾਨੂੰ प्रूफ भी दे सकते। और इस साल साढ़े को 29 बच्चे रह गए। कुछ बच्चों ने एंटरप्रेन्योरशिप सब्जेक्ट लिया, इकोनॉमिक्स सेंटर एक ऑप्शन होती है, उस कुछ बच्चों ने इकोनॉमिक्स की जगह इस बार एंटरप्रेन्योरशिप ले लिया, तो नेचुरली साढ़े को लगभग 50 बच्चे घट गए। तो जब ਅਸੀਂ बच्चे घटे तो एक पोस्ट ਅਸੀਂ टर्म अबॉलिश कर दी थी। और स्कूल का राइट है कि स्कूल ने देखना है कि उसको कितने अध्यापक चाहिए। तो ਅਸੀਂ कोई मैडम के खिलाफ कोई वो नहीं, लेकिन टर्मिनेशन ऑफ द सर्विस ऑन द बेसिस अबॉलिशन ऑफ पोस्ट कि पोस्ट ਨੂੰ ਅਸੀਂ ਖਤਮ ਕੀਤਾ तो ये ਅਸੀਂ कर सकते। बाकी उन्होंने फिर भी कोई इस बारे होया तो वो कोर्ट भी जा सकते, लेबर कोर्ट के अप्लाई कर सकते। अगर उन्होंने पर एक जो अज भी उन्होंने धारा 144 का उल्लंघन करके जो भी किया उन्होंने पर कानूनी कार्रवाई अज भी होने वाली है। अज साड़ी तरफ से पुलिस कंप्लेंट पहले भी गई थी, अज भी SSP साहब नाल भी सारी गल हुई है और उन्होंने भी सानू सुरक्षा दे दी है कि उन्होंने कहा है कि जो भी इस तरह कानून का उल्लंघन करेगा उस पर सख्त कार्रवाई की जाएगी। और सानू पूरा पुलिस और प्रशासन पर भरोसा है कि जो भी पंजाब गवर्नमेंट के कानूनों अनुसार जो भी है उन्होंने एक्शन लिया जाए। और इस तरह की डेमोक्रेसी में किसी को राइट नहीं दिता कि किसी स्कूल के खिलाफ किसी इंडिविजुअल पर्सन। मैं क्योंकि सिंपली मैं अगेन इस बात को कह रहा कि मैनेजमेंट का डिसीजन है, प्रिंसीपल इज द इंप्लॉई, प्रिंसीपल तो एक सर्विस कर रहे हैं। प्रिंसीपल ਨੂੰ ਤੁਸੀਂ ਅਨਨੈਸੈਸਰੀ ਹਰਾਸਮੈਂਟ ਦਿਓਗੇ तो प्रिंसीपल ने भी उस कोई कार्रवाई करनी है। तो मेरे सामने ਤੁਸੀਂ क्लीयर समझ सकते कि ये स्कूल रन किया जाता मैनेजमेंट द्वारा, ਤੁਸੀਂ समझ सकते कोई सरकारी स्कूल तो नहीं है। तो मैनेजमेंट का स्कूल है, मैनेजमेंट का डिसीजन है, तो इकल्ले बंदे को क्यों टारगेट कर रहे हो? वाई यू आर टारगेटिंग, वाई यू आर नॉट सेइंग एनीथिंग अबाउट द मैनेजमेंट, बिकॉज स्कूल इज रन बाय द मैनेजमेंट। मैनेजमेंट का संस्था आज से 100 साल पुरानी संस्था है। 5 साढ़े को 3 कॉलेज है, खालसा कॉलेज और वुमेन लॉ कॉलेज और एक साढ़े को B.Ed कॉलेज और 2 एक गर्ल्स स्कूल है और एक साढ़ा CBSE स्कूल है। तो 5 इंस्टीट्यूट आज से 100 साल पुराना इंस्टीट्यूट, इतनी इस स्कूल की इस संस्था की इमेज हैगी। कोई इस तरह के काम नहीं किए हैं, पर टीचर को हटाना या टीचर को रखना वो काम संस्था का है, मैनेजमेंट का। हाँ मैनेजमेंट का, ये तुम मेरा पॉइंट बिल्कुल ध्यान से सुन रहे हो। पॉइंट आउट किया ज़्यादा मैनेजमेंट ਨੂੰ ਪ੍ਰਧਾਨ ਸਿੱਧੂ ਸਾਹਿਬ ਨੂੰ ਕੀਤਾ ਹੈ, नहीं मतलब सिद्धू साहब का भी है। तो पर मेरे बारे भी नारे में पिछली बार भी मेरे दफ्तर ही मुर्दाबाद प्रिंसीपल नो एक इंप्लॉई है उसमें तुम क्यों हर वेले हरेसमेंट दे रहे हो? ठीक है, मेरी पर्सनल मैं बाहर हिमाचल से बिलोंग करता, ठीक है, इन्होंने लगा कि प्रिंसीपल सॉफ्ट टारगेट है, बाहर का बंदा जिन्होंने टारगेट असी कर लीए क्योंकि चेयरमैन या मैनेजमेंट को ज़्यादा नहीं है इतनी सुनवाई। तो मतलब जो भी ये चीज़ है एक उस नाल ढंग होंगे, एक बैठ के ही हल होंगे। अगर चेयरमैन मैनेजमेंट हमारी आएगी और इस टाइम मैंने हैड हमारे बाहर गए हैं वो आ जाएंगे, जब भी आते तो उन्होंने गल कर लेंगे। लेकिन ये जो रास्ता उन्होंने अपनाया मैनू लगता है ये बहुत गलत है और एक कानून के खिलाफ है। और उसका मैडम का भी इन्होंने गल वास्ते भी भविष्य खराब किया इस तरह। हाँ जी सर, मतलब टीचर ਨੂੰ ਜੋ ਕੱਢ ਸਕਦੇ ਬਗੈਰ ਰੀਜ਼ਨ ਤੋਂ टीचर ਨੂੰ ਐਜ਼ ਪਰ ਦ CBSE ਲੋ ਜਾਂ ਤੁਹਾਡੀ ਪੋਸਟ ਐਬੋਲਿਸ਼ਨ ਤੁਸੀਂ ਕੱਢ ਸਕਦੇ ਹੋ, ਬਿਲਕੁਲ ਕਾਨੂੰਨ ਦੇ ਅਨੁਸਾਰ ਪੋਸਟ ਐਬੋਲਿਸ਼ ਕੀਤੀ ਜਾ ਸਕਦੀ। ਔਰ ਸਾਡੇ ਕੋਲ CBSE ਬਾਈਲੋਜ਼ ਵੀ ਰੂਲਸ ਦੇ ਹਿਸਾਬ ਨਾਲ ਉਹਨਾਂ ਨੂੰ ਔਰ 2 ਮਹੀਨੇ ਦੀ ਉਹਨਾਂ ਨੂੰ ਸੈਲਰੀ ਦਿੱਤੀ ਗਈ ਹੈ। ਇਹ ਤੁਸੀਂ ਹਾਂ 2 ਮਹੀਨੇ ਦੀ ਸੈਲਰੀ ਦੇਣ ਦਾ ਮਤਲਬ ਹੁੰਦਾ ਕਿ ਟੀਚਰ ਨੂੰ ਨੋਟਿਸ ਦੇ ਕੇ 2 ਮਹੀਨੇ ਦੀ ਸੈਲਰੀ ਉਹਨਾਂ ਨੂੰ ਦਿੱਤੀ ਗਈ ਹੈ। ਤੇ ਇੱਕ ਅਕੋਰਡਿੰਗ ਟੂ ਦ CBSE ਰੂਲਸ 2 ਮਹੀਨੇ ਤੁਸੀਂ ਪਹਿਲਾਂ ਦੱਸਤਾ ਜੀ ਹਾਂ ਉਹਨਾਂ ਨੇ ਦੱਸਿਆ ਮੈਡਮ ਨੂੰ ਕਿ ਮੈਡਮ ਹੁਣ ਅਸੀਂ ਔਨ ਦਾ ਇਧਰ 2 ਆਪਸ਼ਨ ਹੁੰਦੇ ਨਾ, ਜਾਂ ਤੁਸੀਂ 2 ਮਹੀਨੇ ਸੈਲਰੀ ਦੇ ਦਿੰਦੇ ਤਾਂ ਤਦ ਵੀ ਤੁਸੀਂ ਟਰਮੀਨੇਟ ਕਰ ਸਕਦੇ। ਇਹ ਉਹਨਾਂ ਦੇ ਸਰਵਿਸ ਰੂਲ ਤੇ ਵੀ ਲਿਖਿਆ ਹੈ ਔਰ CBSE ਦੇ ਸਰਵਿਸ ਰੂਲ 'ਚ ਵੀ ਹੈ ਕਿ ਅਗਰ ਤੁਸੀਂ ਅਬੋਲਿਸ਼ ਕਰ ਰਹੇ ਹੋ ਪੋਸਟ, ਉਸ ਕੇਸ ਵਿੱਚ ਮੈਂ ਤੁਹਾਨੂੰ ਕਹਾਂ ਅਬੋਲਿਸ਼ਿੰਗ ਆਫ ਪੋਸਟ ਕਿ ਪੋਸਟ ਨੂੰ ਖਤਮ ਕੀਤਾ ਗਿਆ ਉਸ ਦੇ ਤਹਿਤ ਤੁਸੀਂ ਟੀਚਰ ਦੀ ਸਰਵਿਸ ਟਰਮੀਨੇਟ ਕਰ ਸਕਦੇ ਹੋ। ਅਸੀਂ ਬਿਲਕੁਲ ਸਕੂਲ ਦੇ ਰੂਲ ਨਾਲ ਔਰ ਇਸ ਚੀਜ਼ ਨੂੰ ਤੁਸੀਂ ਮੰਨ ਸਕਦੇ ਅਗਰ ਇਹਨਾਂ ਕੋਲ ਇਹ ਚੀਜ਼ ਦਾ ਜੇ ਕਾਨੂੰਨ ਲੇਬਰ ਕੋਰਟ ਕਿਉਂ ਨਹੀਂ ਜਾਂਦੇ, ਇਹਨਾਂ ਨੂੰ ਪਤਾ ਕਿ ਉੱਥੇ ਇਹ ਕੇਸ ਨਹੀਂ ਚੱਲੇਗਾ। ਕਹਿੰਦਾ ਕੋਵਿਡ ਦੇ ਚੱਲਦਿਆਂ ਰੂਲਸ ਨੇ ਕਿ ਨਹੀਂ ਕਰ ਕੋਵਿਡ ਦੇ ਚਲਦੇ ਰੂਲ ਉਹ ਵੀ ਹੈਗੇ, ਪਰ ਕੋਵਿਡ ਦੇ ਚਲਤੇ ਅਗਰ ਸਕੂਲ ਕੋਲ ਫੀਸਾਂ ਨਹੀਂ ਹੈ, ਸਕੂਲ ਬੰਦ ਵੀ ਹੋ ਰਹੇ ਹਨ। ਤੁਸੀਂ ਇਹ ਵੀ ਤਾਂ ਦੇਖ ਲਿਓ, ਪਰ ਤੁਸੀਂ ਦੇਖੋਗੇ 6 ਮਹੀਨੇ ਵਿੱਚ ਕਈ ਸਕੂਲ ਬੰਦ ਹੋਣ ਦੇ ਕਗਾਰ ਪਰ ਆ ਗਏ, फीसा नहीं आ रही हैं और फीसा की वजह से स्कूल में फाइनैशियल प्रॉब्लम आ रही है। तो उसकी वजह से कई स्कूलों को इस तरह मतलब कोई खुश होकर कोई किस तरह की सर्विस नहीं खत्म करता, लेकिन कई बार मजबूरियां भी हो सकती कि स्कूल की ट्रस्ट की। पर उसका ये मतलब नहीं है कि तुसी इस तरह का मतलब गैर जिम्मेदार ना और मतलब कानून के खिलाफ तुसी वो करो। कानून नाल बंधे पे असी भी कानून नाल बंधे हैं, इन्हों भी कानून के नाल ही चलना चाहिए। जो भी है कोर्ट कचहरी हर किसी को प्रोटेक्ट करती है, उन्होंने थ्रू ए लीगल वे के नाल अपना केस फॉरवर्ड करें और इस तरह धरने दे के इस तरह इसको कुछ भी नहीं बने। कोई मैनेजमेंट या प्रिंसिपल इस तरह मतलब किसी तरह प्रेशर ही आके कोई काम नहीं करते। तो इन्हों अज ही मेरी यही सलाह है दीपिका खन्ना मैडम को भी यार उन्होंने लिखना कि तुसी एक कानूनी तरीके नाल ही प्रोसीड करो। जो भी तुहानू अगर विश्वास नहीं है संस्था पर, कानून की संस्था पर विश्वास नहीं है, अगर तुहानू लगता कि तुहाडे नाल गलत हो तुसी कानून का सहारा लो।
ਇਹ ਕੰਮ ਤੁਸੀਂ ਅਨਡੈਮੋਕ੍ਰੈਟਿਕ ਵੇ 144 ਦਾ ਧਾਰਾ ਦਾ ਉਲੰਘਣ ਕਰ ਰਹੇ ਹੋ। ਸਾਰੀ ਸਰਕਾਰ ਜਾਂਦੀ, ਸਾਰੇ ਪੰਜਾਬ ਵਾਲੇ ਤੁਸੀਂ ਕੋਵਿਡ ਫੈਲਾਣੇ ਆ ਗਏ ਹੋ ਪਿੰਡ, ਸਾਰੇ ਪਿੰਡ ਦੀ ਵੀ ਸਰਪੰਚ ਦੀ ਕੱਲ ਰਿਪੋਰਟ ਗਈ ਹੈ। ਕੱਲ ਸਰਪੰਚ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਟਾਈਮ ਧਰਨਾ ਨਾ ਲਾਓ, ਕਿਉਂਕਿ ਕੋਵਿਡ ਦੀ ਸਿਚੁਏਸ਼ਨ ਖਰਾਬ ਹੈ ਔਰ ਬਾਹਰ ਦੇ ਬੰਦੇ ਇਸ ਪਿੰਡ ਤੇ ਆ ਕੇ ਪਿੰਡ ਦਾ ਮਾਹੌਲ ਖਰਾਬ ਕਰਨਗੇ ਔਰ ਕੋਰੋਨਾ ਫੈਲਾएंगे। तो SSP साहब ਨੂੰ ਉਹਨਾਂ ਨੇ ਔਰ ਕਲੀਅਰਲੀ ਲਿਖ ਕੇ ਦਿੱਤਾ, ਸਰਪੰਚ ਸਾਹਿਬ ਨੇ ਵੀ ਸਾਡੇ ਪਿੰਡ ਦੇ, ਕਿ ਇਸ ਤਰ੍ਹਾਂ ਧਰਨਾ ਨਾ ਲਗਾਏ। ਉਸ ਦੇ ਬਾਵਜੂਦ ਉਹਨਾਂ ਨੇ ਕੀਤਾ ਤਾਂ ਆਪ ਇਸ ਦਾ ਜੋ ਵੀ ਇਹਨਾਂ ਨੂੰ ਹੈ ਭੁਗਤਣਾ ਉਹ ਇਹਨਾਂ ਨੂੰ ਭੁਗਤਣਾ ਪਏਗਾ, ਕਿਉਂ ਕਾਨੂੰਨ ਤੁਸੀਂ ਵੀ ਜਾਣਦੇ ਹੋ ਕਿ ਇਸ ਤਰ੍ਹਾਂ ਕੋਈ ਤੋੜ ਨਹੀਂ ਸਕਦਾ। ਅਗਰ ਇਹਨਾਂ ਨੇ ਤੋੜਿਆ ਤਾਂ ਵੀ ਇਹਨਾਂ ਨੂੰ ਇਸ ਦਾ ਚੀਜ਼ ਦੇਖਣਾ ਪਏਗਾ। ਮੇਰੇ ਹਿਸਾਬ ਨਾਲ ਮੇਰਾ ਪੱਖ ਬੜਾ ਕਲੀਅਰ ਹੈ ਕਿ ਮੈਂ ਮੈਨੇਜਮੈਂਟ ਦਾ ਪਾਰਟ ਹੈਗਾ, ਕੋਈ ਡਿਸੀਜਨ ਵੀ ਲਿਆ ਗਿਆ ਤਾਂ ਮੈਨੇਜਮੈਂਟ ਦਾ ਪਾਰਟ ਹੈ। ਉਸ ਮੈਨੇਜਮੈਂਟ ਨੇ ਡਿਸੀਜਨ ਲਿਆ, ਤੁਸੀਂ ਉਸ ਨੂੰ ਚੈਲੰਜ ਕਰੋ, ਕੋਰਟ ਵਿੱਚ ਜਾਓ, ਕੋਈ ਅਗਰ ਤੁਹਾਨੂੰ ਲੱਗਦਾ ਗਲਤ ਕੀ ਹੈ। ਪਰ ਮੈਂ ਤੁਹਾਨੂੰ ਬਹੁਤ ਕਲੀਅਰ ਕੀਤਾ ਕਿ ਐਜ਼ ਪਰ ਦ ਰੂਲਸ ਇਨ ਦੀ ਅਬੋਲਿਸ਼ਨ ਆਫ ਦ ਪੋਸਟ, ਸਾਡੇ ਕੋਲ CBSE ਸਕੂਲ ਹੈ, CBSE ਦੇ ਨਿਯਮਾਂ ਦੇ ਅਨੁਸਾਰ ਹੀ ਚੱਲ ਸਕਦੇ, ਅਸੀਂ ਬਿਨਾਂ ਉਸ 'ਤੇ ਨਹੀਂ ਚੱਲ ਸਕਦੇ। ਤਾਂ ਇसी ਤਰ੍ਹਾਂ ਪੋਸਟ ਕ੍ਰੀਏਟ ਕਰਨਾ ਜਾਂ ਪੋਸਟ ਐਬੋਲਿਸ਼ ਕਰਨਾ ਮੈਨੇਜਮੈਂਟ ਦਾ ਰਾਈਟ ਹੈ। ਮੈਨੇਜਮੈਂਟ ਦਾ ਕੋਈ ਮੈਂਬਰ ਹੈਗਾ ਸੀ ਉਹਨਾਂ ਦਾ ਪੱਖ ਜਾਣ ਦੀ? ਮੈਨੇਜਮੈਂਟ ਦੇ ਮੈਂਬਰ ਹੈਗੇ। ਅਬ ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਆਪਣਾ ਪੱਖ ਦੇ ਸਕਦੇ, ਕਿ ਮੈਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦਾ। ਬਾਕੀ ਮੈਂ ਇਹਨਾਂ ਨਾਲ ਗੱਲ ਕਰ ਲੈਂਦਾ, ਅਗਰ ਉਹ ਦੇਣਾ ਚਾਹੇ ਤਾਂ ਦੇ ਸਕਦੇ, ਨਹੀਂ ਤਾਂ ਉਹਨਾਂ ਦੀ ਇੱਛਾ। ਬਾਕੀ ਮੇਰਾ ਪੱਖ ਤੁਸੀਂ समझ सकते हो। मैं यही स्नेह देना चाहता कि देखो ਤੁਹਾਨੂੰ ਕਾਨੂੰਨ पर विश्वास करना चाहिए और किसी ਦੀ ਵੀ ਅਗਰ ਕੋਈ ਕਿਸ ਨਾਲ ਧੱਕਾ ਹੋਇਆ ਕੁਝ ਤਾਂ ਉਸ ਦਾ ਇਹ ਤਰੀਕਾ ਨਹੀਂ ਹੈ ਕਿ ਤੁਸੀਂ ਵੀ ਧੱਕਾ ਕਰੋਗੇ ਕਿ ਜਾਂ ਤੁਸੀਂ ਉਸ ਨਾਲ ਇਸ ਤਰ੍ਹਾਂ ਧਰਨੇ ਕਰਕੇ ਇਸ ਤਰ੍ਹਾਂ ਕਰਕੇ ਕਦੇ ਵੀ ਕਿਸੇ ਟੀਚਰ ਦਾ ਜਾਂ ਕਿਸੇ ਪ੍ਰਿੰਸੀਪਲ ਦਾ ਕਰੀਅਰ ਨਹੀਂ ਬਣ ਸਕਦਾ। ਉਹਨਾਂ ਦਾ ਕਰੀਅਰ ਤੁਸੀਂ ਖਰਾਬ ਕਰ ਰਹੇ ਹੋ। ਤਾਂ ਮੇਰੀ ਇਹ ਰਾਏ ਹੈ ਕਿ ਉਹਨਾਂ ਨੂੰ ਕਾਨੂੰਨ ਤੇ ਵਿਸ਼ਵਾਸ ਕਰਨਾ ਚਾਹੀਏ ਔਰ ਇਸ ਤਰ੍ਹਾਂ ਦੇ ਕੰਮ ਵਿੱਚ ਦੁਆਰਾ ਇਨਵੋਲਵਮੈਂਟ ਨਹੀਂ ਕਰਨੀ। ਅੱਜ ਕੀਤੀ ਹੈ ਤਾਂ ਆਪ ਪੁਲਿਸ ਜਾਣੇ, ਪ੍ਰਸ਼ਾਸਨ ਜਾਣੇ ਉਸ ਪਰ ਉਹਨਾਂ ਨੇ ਕੀ ਕਾਰਵਾਈ ਕਰਨੀ। ਉਹ ਸਾਰੀ ਤਰਫ ਤੇ ਉਹਨਾਂ ਨੂੰ ਚਲੀ ਗਈ ਹੈ और पुलिस अपनी कार्रवाई कर रही है। DSP साहब भी आए थे मौके पे और SSP साहब ने कड़ा नोटिस लिया उन्होंने इस तरह के, क्योंकि उन्होंने कल उन्होंने समझाना है, बावजूद अज उन्होंने इस तरह का जो दिता है वो बिल्कुल कानून के खिलाफ है। और साडा पक्ष बहुत क्लीयर है। ਅਸੀਂ ਤੁਹਾਨੂੰ ਇਹੀ ਚਾਹੁੰਦੇ ਕਿ ਤੁਸੀਂ ਇੱਕ ਤਰਫਾ ਨਹੀਂ, ਮੈਨੂੰ ਵਿਸ਼ਵਾਸ ਵੀ ਹੈ ਤੁਹਾਡੇ ਦਿਖਦੇ ਨਿਊਜ਼ ਵੈਸੇ, ਮੈਨੂੰ ਪਤਾ ਹੈ ਤੁਸੀਂ ਬਹੁਤ ਅੱਛਾ ਕਵਰ ਕਰਦੇ ਨਿਊਜ਼ ਤੁਹਾਡਾ। ਐਜ਼ ਇਟ ਇਜ਼ ਦਿਖਾਵਾਂਗੇ ਸਰ, ਕੋਈ ਕੱਟ तो मेरा ਤੁਹਾਡੇ ਤੇ ਹੀ ਹੈ ਕਿ ਤੁਸੀਂ ਉਸ ਕਿਉਂਕਿ ਦੇਖੋ ਸੱਚਾਈ ਦੋਨੋਂ ਪੱਖ ਦੀ। ਤੁਸੀਂ ਇਹ ਵਾਲੋ ਕਿ ਕਿਸੇ ਜਾਂ ਤਾਂ ਹੋ ਨਾ ਕਿ ਅਸੀਂ ਟੀਚਰ ਦੀ ਕੋਈ ਬਿਨਾਂ ਨੋਟਿਸ ਦਿੱਤੇ ਕਿਸੇ ਨੂੰ ਹਟਾ ਦਿੱਤਾ ਜਾਂ ਬਿਨ ਟੀਚਰ ਨੂੰ ਕੁਝ ਨਹੀਂ, ਅਸੀਂ ਸਭ ਕੁਝ ਕਾਨੂੰਨ ਦੀ ਪ੍ਰਕਿਰਿਆ ਅਨੁਸਾਰ ਕੀਤਾ ਹੈ। ਤਾਂ ਫਿਰ ਤੁਸੀਂ ਵੀ ਕਾਨੂੰਨ ਨਾਲ ਚਲੋ, ਠੀਕ ਹੈ ਜੀ। ਤੁਸੀਂ ਜੋ ਕਰ ਸਕਦੇ ਤੁਸੀਂ ਉਸ ਨਾਲ ਚਲੋ। ਤੁਸੀਂ ਇਸ ਤਰ੍ਹਾਂ ਮੌਬ ਇਕੱਠਾ ਕਰਕੇ ਸਰੇਆਮ ਤੁਸੀਂ ਵੀ ਧਾਰਾ 144 ਧੱਜੀਆਂ ਉਡਾਉਂਦੇ ਨਾਲ ਤੁਸੀਂ ਕਦੇ ਵੀ ਕਾਨੂੰਨ ਦੇ ਖਿਲਾਫ ਕੰਮ ਕਰਕੇ ਸਫਲ ਨਹੀਂ ਹੋ ਸਕਦੇ। ਮੇਰਾ ਬੜਾ ਅੱਜ ਤੋਂ ਬਹੁਤ ਕੋਈ ਕੁਐਸਚਨ ਹੈ ਤੁਹਾਡਾ ਤੁਸੀਂ ਤੁਹਾਨੂੰ ਪਤਾ ਲੱਗਿਆ ਮੈਨੇਜਮੈਂਟ ਵੱਲੋਂ ਪਹਿਲਾਂ ਵੀ ਕੋਈ ਟੀਚਰ ਕੱਢੇ ਗਏ ਸੀ? ਸਰ ਐਸਾ ਨਹੀਂ ਹੈ, ਜਿਸ ਨੂੰ ਵੀ ਖੱਡਿਆ ਗਿਆ ਕਿ ਸਪੋਜ਼ ਕੰਟਰੈਕਟ ਤੇ ਹੈ ਕੋਈ, ਤਾਂ ਕੰਟਰੈਕਟ ਖਤਮ ਹੋ ਗਿਆ ਤਾਂ ਉਹ ਤਾਂ ਉਸ ਵਿੱਚ ਕੁਝ ਨਹੀਂ ਕਰ ਸਕਦੇ। ਕਿਸੇ ਨੂੰ ਦੋ ਤਰ੍ਹਾਂ ਦੀ ਅਪਾਇੰਟਮੈਂਟ ਦੇ ਦਿੰਦੇ, ਕਿਸੇ ਨੂੰ ਕੰਟਰੈਕਟ ਤੇ ਹੁੰਦੀ, ਕੰਟਰੈਕਟ ਦਿੱਤਾ ਜਾਂਦਾ, ਕੰਟਰੈਕਟ ਖਤਮ ਹੋ ਜਾਂਦਾ ਤਾਂ ਉਹ ਪੋਲਿਸੀਜ਼ ਵੀ ਹੁੰਦੀ। ਹਰ ਸੰਸਥਾ ਵਿੱਚ ਇਸ ਤਰ੍ਹਾਂ ਟੀਚਰ ਰੱਖੇ ਵੀ ਜਾਂਦੇ ਔਰ ਕੱਢੇ ਵੀ ਜਾਂਦੇ, ਪਰ ਕਿਸੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅੱਜ ਤੱਕ ਕਿਸੇ ਟੀਚਰ ਨੂੰ ਇਸ ਸੰਸਥਾ ਨੇ ਕੱਢਿਆ ਨਹੀਂ। ਹਰ ਕਾਨੂੰਨ ਨੂੰ ਪੂਰੀ ਅਕੋਰਡਿੰਗ ਟੂ ਦ ਲਾਅ ਹੀ ਜੋ ਵੀ ਐਕਸ਼ਨ ਲਿੱਤਾ ਗਿਆ। ਕਿਉਂਕਿ ਸਾਡੇ ਕੋਲ 5 ਇੰਸਟੀਚਿਊਟ ਹੈ, ਕਾਲਜ ਵੀ ਹੈਗੇ, ਟੀਚਰ ਆਉਂਦੇ ਆ, ਟੀਚਰ ਜਾਂਦੇ ਵੀ ਹੈ। ਮੈਂ ਕਹਿ ਰਿਹਾ ਐਜ਼ ਪਰ ਦ ਕੈਪੇਬਿਲਿਟੀ ਆਫ ਦ ਟੀਚਰ ਦ ਮੈਨੇਜਮੈਂਟ ਹੈਜ਼ ਰਾਈਟ ਟੂ ਸਿਲੈਕਟ ਦ ਟੀਚਰ ਐਂਡ ਮੈਨੇਜਮੈਂਟ हैज़ राइट टू टर्मिनेट दी सर्विसेज ऑफ एनी टीचर और द प्रिंसिपल ऑफ कोर्स। तो मतलब इस बीच कोई वो नहीं है कि जो भी इंस्टीट्यूट चला रहे हैं कोई सरकारी इंस्टीट्यूट नहीं है ना, ये सब प्राइवेट इंस्टीट्यूशन संस्था एक हुई है और इतने 100 साल से संस्था चला रहे हैं। तो मतलब तुम समझ सकते कि इसका रेपूटेशन बहुत हाई है इंस्टीट्यूट का और इस तरह के काम इंस्टीट्यूट कदे नहीं करेगा जो विदाउट जो कानून के खिलाफ होगा। जो भी होगा कानून के दायरे में ही किया जाएगा। ये बहुत आसमदेही साडा पक्ष है। हाँ जी। ਸੋ ਇਸ ਰਿਪੋਰਟ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸੰਸਥਾ ਦੇ ਉੱਤੇ ਵੱਡੇ ਸਵਾਲੀਆ ਚਿੰਨ੍ਹ ਲੱਗਣਗੇ। ਇਸ ਸੰਸਥਾ ਦੀ ਅਸਲ ਸੱਚਾਈ ਕੀ ਹੈ, ਇੱਥੇ ਦੀ ਮੈਨੇਜਮੈਂਟ ਕਿਉਂ ਵਿਗੜੀ, ਕਿੰਨਾਂ ਨੂੰ ਇੱਥੋਂ ਕੱਢਿਆ ਗਿਆ, ਕਿੰਨਾਂ ਨਾਲ ਧੱਕੇ ਹੋਏ, ਕਿੰਨੇ ਕੁ ਸਿਫਾਰਸ਼ੀ ਨੇ, ਇਸ ਨਿਗਾਰ ਦਾ ਅਸਲੀ ਕਾਰਨ ਕੀ ਹੈ, ਉਹ ਸਾਰਾ ਕੁਝ ਜੁਝਾਰ ਟਾਈਮ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਲੈ ਕੇ ਆਵੇਗਾ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਜੁਝਾਰ ਟਾਈਮਜ਼ ਤੇ ਬਲਵਿੰਦਰ ਸਿੰਘ ਪੜਿਆਣ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਣ। Facebook ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ।